ਤਰਨਤਾਰਨ ਤੋਂ ਫੜੇ ਗਏ ਦਹਿਸ਼ਤਗਰਦ ਗੁਰਵਿੰਦਰ ਬਾਬਾ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ। ਸੂਤਰਾਂ ਮੁਤਾਬਿਕ ਪਾਕਿਸਤਾਨ ਦੇ ਵਿੱਚ ਪੰਜਾਬ ਨੂੰ ਦਹਿਲਾਉਣ ਦੀ ਰਚੀ ਜਾ ਰਹੀ ਸੀ ਸਾਜ਼ਿਸ਼। ਨਿਸ਼ਾਨੇ ਤੇ ਸਨ ਕਈ ਵੱਡੇ ਲੀਡਰ ਤੇ ਧਾਰਮਿਕ ਆਗੂ। ਕੁਰੂਕਸ਼ੇਤਰ ਦੇ ਵਿੱਚ ਮਿਲੇ ਆਰਡੀਐਕਸ ਤੇ ਵੀ ਗੁਰਵਿੰਦਰ ਬਾਬਾ ਦੇ ਨਾਲ ਜੁੜੇ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਨਾਲ ਸਾਧਿਆ ਸੰਪਰਕ। ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੇ ਮੰਗਵਾਉਂਦਾ ਸੀ ਗੁਰਵਿੰਦਰ ਬਾਬਾ। ਬੰਦ ਦੀ ਕਾਲ ਨੂੰ ਲੈ ਕੇ ਦੋ ਧੜਿਆਂ ਦੇ ਵਿੱਚ ਵੰਡਿਆ ਵਾਲਮੀਕ ਭਾਈਚਾਰਾ। ਅੰਮ੍ਰਿਤਸਰ ਦੇ ਵਿੱਚ ਵਾਪਸ ਲਈ ਬੰਦ ਦੀ ਕਾਲ, ਪਰ ਜਲੰਧਰ ਦੇ ਵਿੱਚ ਚੱਕਾ ਜਾਮ ਤੇ ਅੜੀਆਂ ਜਥੇਬੰਦੀਆਂ ਮੁਕੰਮਲ ਬੰਦ ਦਾ ਕੀਤਾ ਐਲਾਨ। ਫਗਵਾੜਾ ਦੀ ਸ਼ੂਗਰ ਮਿਲ ਦੇ ਬਾਹਰ ਧਰਨੇ ਤੇ ਬੈਠੇ ਕਿਸਾਨ ਅੱਜ ਤੋਂ ਤੇਜ਼ ਕਰਨਗੇ ਸੰਘਰਸ਼। ਨੈਸ਼ਨਲ ਹਾਈਵੇ ਨੂੰ ਦੋਵਾਂ ਪਾਸਿਓਂ ਬੰਦ ਕਰਨ ਦੀ ਤਿਆਰੀ। ਅਕਾਲੀ ਦਲ ਦਾ ਬੀਜੇਪੀ ਤੇ ਵੱਡਾ ਇਲਜ਼ਾਮ ਕਿ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਬੀਜੇਪੀ। ਸ਼ਿਵ ਸੈਨਾ ਤੇ ਜੇਡੀਯੂ ਦੀ ਦਿੱਤੀ ਉਦਾਹਰਣ। ਅਕਾਲੀ ਦਲ ਦੇ ਵਿੱਚ ਖੁੱਲ ਕੇ ਸਾਹਮਣੇ ਆਈ ਫੋਟੇਆਲੀ ਤੇ ਪਾਰਟੀ ਨੇ ਲਗਾਇਆ ਵੱਡਾ ਇਲਜ਼ਾਮ ਕਿ ਬੀਜੇਪੀ ਦੇ ਨਾਲ ਰਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਰਚ ਰਹੇ ਸਾਜ਼ਿਸ਼ਾਂ। ਤਾਂ ਅਯਾਲੀ ਦਾ ਚੈਲੰਜ ਸਾਬਿਤ ਕਰ ਦੇਵੋ ਤਾਂ ਛੱਡ ਦੇਵਾਂਗਾ ਸਿਆਸਤ। ਫੁੱਟ ਦਾ ਸੇਕ ਚੱਲ ਰਿਹਾ ਅਕਾਲੀ ਦਲ ਦੀ ਅੱਜ ਫਿਰ ਅਹਿਮ ਬੈਠਕ। ਕਾਰਜਕਾਰੀ ਹਲਕਾ ਇੰਚਾਰਜਾਂ ਦੇ ਨਾਲ ਸੁਖਬੀਰ ਬਾਦਲ ਕਰਨਗੇ ਮੀਟਿੰਗ। ਵਰਕਿੰਗ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਹੋਵੇਗਾ ਮੰਥਨ। ਰੱਖੜ ਪੁੰਨਿਆ ਮੌਕੇ ਗੁਰਦੁਆਰਾ ਬਾਬਾ ਬਕਾਲਾ ਦੇ ਵਿੱਚ ਨਤਮਸਤਕ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ। ਸੂਬਾ ਪੱਧਰੀ ਸਮਾਗਮ ਦੇ ਵਿੱਚ ਕਰਨਗੇ ਸ਼ਿਰਕਤ। ਮਹਿਲਾਵਾਂ ਦੇ ਲਈ ਕਰ ਸਕਦੇ ਨੇ ਵੱਡਾ ਐਲਾਨ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦਵਾਲ ਅੱਜ ਮੁੱਖ ਮੰਤਰੀ ਮਾਨ ਦੇ ਨਾਲ ਕਰਨਗੇ ਮੁਲਾਕਾਤ। ਬੇਅਦਬੀ ਗੋਲੀकांड ਮਾਮਲੇ ਤੇ ਕਰਨਗੇ ਚਰਚਾ। ਐਸਜੀਪੀਸੀ ਦਾ ਵੀ ਚੁੱਕਣਗੇ ਮੁੱਦਾ। ਮਾਈਨਿੰਗ ਤੇ ਅੱਧੀ ਰਾਤ ਨੂੰ ਵੱਡਾ ਐਕਸ਼ਨ। ਮੋਗਾ ਦੇ ਪਿੰਡ ਮੰਜਲੀ ਦੇ ਵਿੱਚ ਰੇਤ ਦੇ ਨਾਲ ਭਰੀਆਂ ਟਰਾਲੀਆਂ ਜ਼ਬਤ। ਸਤਲੁਜ ਕੰਢੇ ਹੋ ਰਹੀ ਸੀ ਨਾਜਾਇਜ਼ ਮਾਈਨਿੰਗ। ਲੁਧਿਆਣਾ ਦੇ ਵਿੱਚ ਦਿਨ ਦਿਹਾੜੇ ਬੈਂਕ 'ਚ 7 ਲੱਖ ਰੁਪਏ ਦੀ ਲੁੱਟ। ਦੇਤਵਾਲ ਪਿੰਡ ਦੇ ਵਿੱਚ ਪੀਐਨਬੀ ਦੀ ਬ੍ਰਾਂਚ ਦੇ ਵਿੱਚ 5 ਹਥਿਆਰਬੰਦ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਸੀਸੀਟੀਵੀ 'ਚ ਕੈਦ ਤਸਵੀਰਾਂ। ਪੰਜਾਬ ਦੇ ਵਿੱਚ ਫਿਰ ਵਧਣ ਲੱਗੇ ਕੋਰੋਨਾ ਦੇ ਕੇਸ। ਰੋਜ਼ਾਨਾ ਕਰੀਬ 500 ਮਾਮਲੇ ਆ ਰਹੇ ਸਾਹਮਣੇ। ਕਾਂਗਰਸ ਸਾਂਸਦ ਗੁਰਜੀਤ ਔਜਲਾ ਵੀ ਕੋਰੋਨਾ ਪੋਜ਼ਿਟਿਵ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਬੁਲੇਟਿਨ ਦੇ ਵਿੱਚ ਹਰ ਇੱਕ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਰਹੇਗੀ, ਪਰ ਸ਼ੁਰੂਆਤ ਕਰਦੇ ਹਾਂ ਦਹਿਸ਼ਤ ਦੇ ਬਾਬਾ ਤੋਂ। ਅੱਤਵਾਦੀ ਗੁਰਵਿੰਦਰ ਬਾਬਾ ਤੇ ਸੰਦੀਪ ਤੋਂ ਵੱਡਾ ਖੁਲਾਸਾ ਹੋਇਆ। ਅੱਤਵਾਦੀਆਂ ਦੇ ਨਿਸ਼ਾਨੇ ਤੇ ਸਨ ਕਈ ਵੱਡੇ ਲੀਡਰ और धार्मिक आगू। वड्डी खबर सूत्रों के मुताबिक जानकारी सामने आ रही है। निशाने से सन कई बड़े लीडर और धार्मिक आगू। पाकिस्तान तो मिलन वाला सी कोई बड़ा टारगेट तो हुणे गिरफ्तारी हो चुकी है। टारगेट कह सकते हैं बिल्कुल रद्द हो चुके हैं, पर किते ना किते बड़ियां जानकारियां निकल के सामने आ रही ने। हथियार ते ड्रग्स नूं टिकाणे लगाउण दा भी पूरे तौर पर कह सकते हैं कि उन्होंने जो है वो टारगेट मिलिया सी कि टिकाणे लगाने ने हथियार और नशा। तो पाकिस्तान तो ड्रोन के जरिए हथियार नशे की सप्लाई हो रही है, ये जानकारी मिल रही है। जो खुलासे हो रहे हैं हथियार ते नशे नूं ठिकाने लगाउण दा ऑर्डर मिलिया होया सी। पंजाब दा माहौल खराब करन दी साजिश जिहड़ी है वो रची गई सी। तां वड्डे खुलासे हो रहे हैं। इत्थे अहम जिक्र योग है कि कई बड़े आगू और धार्मिक शख्सियतां जिहड़ियां ने वो निशाने ते सन, यानी कि यह भी जानकारी सूत्रों के मुताबिक सामने आ रही है, जो वड्डी चिंता च पाउंदी है कि इस वेले स्थितियां की ने, परिस्थितियां की ने, किस तरह दे नाल कनैक्शन जिहड़े ने वो बहुत ही मजबूत नजर आ रहे हैं। क्योंकि जिस तरह दे नाल ये बड़े बड़े टारगेट सैट किए जा रहे सी। अतवादी गुरविंदर बाबा है जिसनूं थोड़े समय पहला तरनतारन तो गिरफ्तार किया गया सी। उस तो बाद हुणे बड़े खुलासे उस तो हो रहे ने, क्योंकि उस तो पुछगिछ की जा रही है। बड़ा विस्फोटक उस तो बरामद होया सी, होर भी सामान बरामद होया सी। उस तो बाद हुणे ये खुलासे हो रहे ने उस तो, क्योंकि पुछगिछ की जा रही है। अतवादियों के निशाने ते कई बड़े लीडर सन, कई धार्मिक आगू सन। यह भी जानकारी जो सूत्रों के मुताबिक सामने आ रही है। पाकिस्तान तो कोई बड़ा टारगेट मिलन वाला सी, यानी कि हुण तक असीं जिक्र करिए तो सिर्फ चर्चावां सन या इन्हां नूं लैके जानकारी जिहड़ी है अंदर खाते जरूर सामने आउंदी सी। पर हुण ये कह सकते हैं कि एक बड़ा क्लू मिलिया है, या कह लीए एक बड़ी जानकारी मिली है, जिस तो बाद बहुत ही अहम ये चर्चा का विषय है। और खास तौर पर जो कार्रवाई पुलिस कर भी रही है, तो कार्रवाई नूं लैके भी अंजाम जिहड़ा है वो दिता जाएगा और दिता जाना भी चाहिए। जिस तरह दे नाल
इस वेले दी तस्वीर सामने आ रही है। मनोज राठी ने साडे नाल ज्यादा चर्चा दे लई। मनोज, जिक्रयोग है कि हुण तक अंदर खाते खबर आउंदियां सन कि पाकिस्तान दे नाल रंदा जो बैठा होया, रोडे जो बैठा होया, उस दे नाल संपर्क हो सकते ने, पर हुण ये पुछगिछ दे विच खुलासा हो रहा है। ये जानकारी मिल रही है कि इस तरह का टारगेट सी और पाकिस्तान तो कमांड जिहड़ी है वो हुण तक मिलती भी रही है। बिल्कुल गुरजोत, बहुत बड़े खुलासे ते बहुत बड़ी साजिश असीं कह सकते हैं कि पंजाब दे नाल ਜਿਹੜੇ ਦੂਜੇ ਸਟੇਟ ਹੈ ਉੱਥੇ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼, ਵੱਡਾ ਧਮਾਕਾ, ਕਿਉਂਕਿ 15 ਅਗਸਤ ਬਿਲਕੁਲ ਨੇੜੇ ਹੈ। ਲੇਕਿਨ ਜਿਹੜਾ ਇਹ ਗੁਰਵਿੰਦਰ ਬਾਬਾ ਹੈ, ਇਹਨੂੰ ਜਿਹੜਾ ਗ੍ਰਿਫਤਾਰ ਕੀਤਾ, ਇਹਦੇ ਨਾਲ ਜਿਹੜੇ ਦੋ ਸਾਥੀ ਹੈ ਗੁਰਪ੍ਰੀਤ ਤੇ ਸੰਦੀਪ, ਇਹਨਾਂ ਨੂੰ ਪੁੱਛਗਿੱਛ ਤੋਂ ਬਹੁਤ ਵੱਡੇ ਖੁਲਾਸੇ ਲਗਾਤਾਰ ਸਾਹਮਣੇ ਆ ਰਹੇ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਈ ਜਿਹੜੇ ਪੋਲੀਟੀਕਲ ਲੀਡਰ ਦੇ ਨਾਲ ਜਿਹੜੇ ਹੋਰ ਵੀ ਆਗੂ ਹੈ ਉਹ ਟਾਰਗੇਟ ਤੇ ਸੀਗੇ, ਇਹਨਾਂ ਨੂੰ ਟਾਰਗੇਟ ਦਿੱਤਾ ਜਾਣਾ ਸੀਗਾ। ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ, ਲਗਾਤਾਰ ਕਨੈਕਸ਼ਨ ਸਾਹਮਣੇ ਆ ਰਿਹਾ ਰਿੰਦਾ ਦਾ ਤੇ ਲਖਬੀਰ ਸਿੰਘ ਰੋਡੇ ਦਾ ਕਨੈਕਸ਼ਨ ਬਾਰ-ਬਾਰ ਸਾਹਮਣੇ ਆ ਰਿਹਾ ਹੈ। ਇਹਦੇ ਵਿੱਚ ਹੋਰ ਇੱਕ ਗੱਲ ਨਿਕਲ ਕਰ ਸਾਹਮਣੇ ਆਈ ਹੈ, ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਜਿਹੜਾ ਵੀ ਬਾਰਡਰ ਦੇ ਥਰੂ ਜਿਹੜਾ ਵੀ ਅਸਲਾ ਜਾਂ ਫਿਰ ਜਿਹੜਾ ਡਰੱਗਸ ਜਾਂ ਹੋਰ ਵਿਸਫੋਟਕ ਜਿਹੜੀ ਚੀਜ਼ਾਂ ਉੱਥੋਂ ਆ ਰਹੀ ਸੀ, ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਇਹਨਾਂ ਦੇ ਜਿਹੜੇ ਗੁਰਗੇ ਹੈ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਕਿ ਤੁਸੀਂ ਇਹਨਾਂ ਨੂੰ ਸੇਫਲੀ ਰੱਖਣਾ ਹੈ, ਪੁਲਿਸ ਤੋਂ ਲੁਕੋ ਕੇ ਰੱਖਣਾ ਹੈ, ਕਿਸੇ ਦੇ ਘਰ 'ਚ ਰੱਖਣਾ ਹੈ ਜਾਂ ਖੇਤਾਂ 'ਚ ਦਬਾ ਕੇ ਰੱਖਣਾ ਹੈ। ਇਹ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਕਿਉਂਕਿ ਪੁੱਛਗਿੱਛ ਹੋਰ ਵੀ ਵੱਡੇ ਖੁਲਾਸੇ ਹੋ ਰਹੇ ਹੈ ਕਿ ਕਿਸ ਤਰ੍ਹਾਂ ਟਾਰਗੇਟ ਸੀਗੇ, ਕਈ ਲੋਕ ਟਾਰਗੇਟ ਤੇ ਸੀਗੇ ਤੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਜਾਰੀ ਸੀ। ਕਿਉਂਕਿ ਹੁਣ ਕਨੈਕਸ਼ਨ ਗੁਰਜੋਤ ਜੁੜਦੇ ਨਜ਼ਰ ਆ ਰਹੇ ਨੇ। ਹੁਣ ਕਨੈਕਸ਼ਨ ਕਿਸ ਤਰ੍ਹਾਂ ਜੁੜ ਰਹੇ ਹੈ, ਜਿਹੜੇ ਵੀ ਕਰਨਾਲ ਤੋਂ ਪਹਿਲਾਂ ਫੜੇ ਗਏ ਸੀ ਆਤੰਕੀ, 4 ਆਤੰਕੀ, ਰਿੰਦਾ ਦਾ ਕਨੈਕਸ਼ਨ ਸਾਹਮਣੇ ਆ ਰਿਹਾ ਸੀ ਐਕਸਪਲੋਸਿਵ ਦਾ। ਹੁਣ ਜਿਹੜਾ ਕੁਰੂਕਸ਼ੇਤਰ ਦੇ ਨਾਲ ਜਿਹੜਾ ਸ਼ਾਹਬਾਦ ਨੇੜੇ ਜਿਹੜਾ ਵੀ ਐਕਸਪਲੋਸਿਵ ਟਾਈਮਰ ਜਿਹੜੇ ਵੀ ਚੀਜ਼ਾਂ ਮਿਲੀ ਹੈ, ਉਹਦੇ ਵਿੱਚ ਜਿਹੜਾ ਸ਼ਮਸ਼ੇਰ ਸ਼ੇਰਾ ਤੇ ਉਹਦਾ ਜਿਹੜਾ ਸਾਥੀ ਰੋਬਿਨ ਹੈ ਉਹਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਦੇ ਵੀ ਕਨੈਕਸ਼ਨ ਹੁਣ ਸਾਹਮਣੇ ਆ ਰਹੇ ਨੇ। ਪੁਲਿਸ ਹੁਣ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਹੁਣ ਲਗਾਤਾਰ ਜੁਆਇੰਟ ਨਾਲ ਕੰਮ ਕਰ ਰਹੀ ਹੈ, ਲਗਾਤਾਰ ਇਹਨਾਂ ਦੀ ਮੀਟਿੰਗ ਹੋ ਰਹੀ ਹੈ ਤੇ ਸੰਪਰਕ ਸਾਧ ਕੇ ਆਪਸ ਵਿੱਚ ਜਿਹੜੀ ਹੈ ਚੀਜ਼ਾਂ ਸ਼ੇਅਰ ਕਰ ਰਹੀ ਹੈ। ਕਿਉਂਕਿ ਗੁਰਜੋਤ बहुत बड़े खुलासे, बहुत सारे ऐसी कह सकते हैं कि क्लूज ਜਿਹੜੇ ਹੈ ਉਹ ਪੁਲਿਸ ਨੂੰ ਮਿਲੇ ਹੈ ਗੁਰਵਿੰਦਰ ਬਾਬਾ ਤੋਂ। ਗੁਰਵਿੰਦਰ ਬਾਬਾ ਜਿਹੜਾ ਕਾਫੀ ਟਾਈਮ ਤੋਂ ਲੋੜਿੰਦਾ ਸੀ, ਕਾਫੀ ਟਾਈਮ ਤੋਂ ਇਹਦੀ ਭਾਲ ਜਿਹੜੀ ਹੈ ਲਗਾਤਾਰ ਜਾਰੀ ਸੀਗੀ। ਜਿਹੜੇ ਪੁਲਿਸ ਅਫਸਰ ਨੇ ਹੋਰ ਵੀ ਜਿਹੜੇ ਜਾਣਕਾਰੀ ਦੇ ਰਹੇ ਨੇ ਜਿਹੜੇ ਪੁਲਿਸ ਸੋਰਸਿਸ ਕਿ ਇਹਦੇ ਕੋਲੋਂ ਬਹੁਤ ਚੀਜ਼ਾਂ ਜਿਹੜੀਆਂ ਨਿਕਲ ਕਰ ਸਾਹਮਣੇ ਆ ਰਹੀ ਹੈ ਰਿੰਦਾ ਦੀ ਤੇ ਲਖਬੀਰ ਸਿੰਘ ਰੋਡੇ ਦੀ। ਇਹ ਦੋਵੇਂ ਪਾਕਿਸਤਾਨ 'ਚ ਬਹਿ ਕੇ ਕਿਸ ਤਰ੍ਹਾਂ ਦੀ ਸਾਜ਼ਿਸ਼ ਰਚ ਰਹੇ, ਕਿਸ ਤਰ੍ਹਾਂ ਜਿਹੜੇ ਪੋਲੀਟੀਕਲ ਲੀਡਰ ਹੈ, ਹਾਲਾਂਕਿ ਉਹਨਾਂ ਦੇ ਨਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਬਿਕੋਜ਼ ਆਫ ਸਿਕਿਉਰਿਟੀ, लेकिन बहुत बड़ी लिस्ट है, बहुत बड़ी लिस्ट है गुरजोत, बहुत बड़ी लिस्ट है। ਤੇ ਹੋਰ ਵੀ ਜਿਹੜੇ ਧਾਰਮਿਕ ਆਗੂ ਹੈ ਉਹਨਾਂ ਦੀ ਵੀ ਇੱਕ ਬਹੁਤ ਵੱਡੀ ਲਿਸਟ ਹੈ ਕਿ ਕਿਸ ਤਰ੍ਹਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਹੈ। ਹਾਲਾਂਕਿ ਕਈ ਜਿਹੜੇ ਪੋਲੀਟੀਕਲੀ ਲੀਡਰ ਨੇ, ਹੋਰ ਜਿਹੜੇ ਵੱਡੇ ਜਿਹੜੇ ਲੀਡਰਸ ਨੇ, ਉਹਨਾਂ ਨੂੰ ਧਮਕੀ ਵੀ ਆਉਣ ਲੱਗੀ ਸੀਗੀ। ਪਿਛਲੇ ਦਿਨ ਆਪਾਂ ਗੱਲ ਕੀਤੀ ਸੀਗੀ, ਹਾਲਾਂਕਿ ਪੁਲਿਸ ਨੇ ਵੀ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਹੈ, ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਵੀ ਵਧਾਈ ਹੈ। ਇਹਨੂੰ ਲੈ ਕੇ ਹੁਣ ਜਿਹੜੇ ਵੀ ਟਾਰਗੇਟ ਤੇ ਸੀਗੇ, ਕਿਉਂਕਿ ਬਾਰਡਰ ਏਰੀਆ ਜਿਹੜੇ ਆਤੰਕੀ ਬੈਠੇ ਨੇ, ਜਿਹੜਾ ਹਰਿੰਦਾ ਹੋਵੇ ਚਾਹੇ ਲਖਬੀਰ ਸਿੰਘ ਰੋਡਾ ਹੋਵੇ, ਇਹਨਾਂ ਦੀ ਕਿਸ ਤਰ੍ਹਾਂ ਦੀ ਸਾਜ਼ਿਸ਼ ਸੀ, ਕਿਸ ਤਰ੍ਹਾਂ ਦੀ ਪਲੈਨਿੰਗ ਸੀ ਕਿ ਕਿਸ ਤਰ੍ਹਾਂ ਮਾਹੌਲ ਖਰਾਬ ਕਰਨਾ ਹੈ, ਕਿਸ ਤਰ੍ਹਾਂ ਇਹ ਟਾਰਗੇਟ ਕਿਲਿੰਗ ਜਾਂ ਫਿਰ ਕਿਸ ਤਰ੍ਹਾਂ ਦੀ ਜਿਹੜੇ ਹੈਗੀ ਐਕਸਪਲੋਸਿਵ ਬਾਰਡਰ ਕ੍ਰਾਸ ਏਰੀਆ ਤੋਂ ਕਿਸ ਤਰ੍ਹਾਂ ਸਪਲਾਈ ਕਰ ਰਹੇ ਹੈ ਪੰਜਾਬ ਦੇ ਨਾਲ ਨਾਲ। ਇਹ ਨਹੀਂ ਕਿ ਕੱਲੇ ਪੰਜਾਬ ਦੇ ਨਾਲ ਨਾਲ ਜਿੰਨੇ ਵੀ ਸਟੇਟ ਲੱਗਦੇ, ਹਰਿਆਣਾ ਦੀ ਗੱਲ ਕਰ ਲਈਏ, ਚੰਡੀਗੜ੍ਹ ਦੀ, ਦਿੱਲੀ ਦੀ, ਰਾਜਸਥਾਨ ਦੀ, ਇੱਥੇ ਵੀ ਇਹਨਾਂ ਨੇ ਜਿਹੜੇ ਹੈਗੀ ਵੱਡੀ ਸਾਜ਼ਿਸ਼ ਦੀ ਗੱਲ ਸਾਹਮਣੇ ਆ ਰਹੀ ਕਿ ਜਿਹੜੇ ਪੁਲਿਸ ਸੋਰਸ ਹੀ ਦੱਸ ਰਹੇ ਨੇ ਕਿ ਇਹਨਾਂ ਦੀ ਮੋਡਸ ਆਪਰੈਂਡੀ ਕੀ ਸੀ ਕਿ ਜਿਹੜੇ ਪਾਕਿਸਤਾਨ 'ਚ ਬੈਠੇ ਨੇ ਉਹ ਕਿਸ ਤਰ੍ਹਾਂ ਇਹ ਜਿਹੜੇ ਵੀ ਆਸ-ਪਾਸ ਦੇ ਜਿਹੜੇ ਤਰਨਤਾਰਨ ਹੋ ਗਏ, ਜਿਹੜੇ ਬਾਰਡਰ ਏਰੀਆ ਹੋ ਗਏ, ਉੱਥੇ ਦੇ ਜਿਹੜੇ ਨੌਜਵਾਨ ਨੇ, ਜਿਹੜੇ ਕਮ ਏਜ ਦੇ 18 19 ਸਾਲ 20 ਸਾਲ ਦੇ ਜਿਹੜੇ ਕਮ ਨੌਜਵਾਨ ਨੇ, ਜਿਨ੍ਹਾਂ ਦੀ ਜਿਹੜੇ ਬੇਰੁਜ਼ਗਾਰ ਨੇ, ਉਹਨਾਂ ਨੂੰ ਇਹ ਟਾਰਗੇਟ ਕਰਦੇ ਸੀ ਕਿ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਫਿਰ ਜਿਹੜੇ ਡਰੱਗਿਸਟ ਨੇ ਉਹਨਾਂ ਨੂੰ ਡਰੱਗਸ ਦਾ ਲਾਲਚ ਦੇ ਕੇ ਉਹਨਾਂ ਨੂੰ ਆਪਣੀ ਸਾਈਡ ਖਿੱਚ ਕੇ ਇਸ ਤਰ੍ਹਾਂ ਦੀ ਤਸਕਰੀ, ਇਸ ਤਰ੍ਹਾਂ ਦੇ ਕੰਮ ਜਿਹੜੇ ਹੈ ਉਹ ਕਰਾਉਂਦੇ ਨਜ਼ਰ ਆ ਰਹੇ ਸੀ। ਤੇ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਇਹ ਸਾਜ਼ਿਸ਼, ਇੱਕ ਬਹੁਤ ਵੱਡੀ ਪਲੈਨਿੰਗ ਗੁਰਜੋਤ ਚੱਲ ਰਹੀ ਸੀ ਕਿ ਜਿਹੜੀ ਹੁਣ ਪੁੱਛਗਿੱਛ ਸਾਹਮਣੇ ਆ ਰਹੀ ਹੈ। ਲਗਾਤਾਰ ਗੁਰਵਿੰਦਰ ਬਾਬਾ ਕਈ ਚੀਜ਼ਾਂ ਦਾ ਖੁਲਾਸਾ ਕਰ ਚੁੱਕਿਆ ਹੈ, ਰਿੰਦਾ ਦੇ ਬਾਰੇ ਕਈ ਚੀਜ਼ਾਂ ਦਾ ਖੁਲਾਸਾ ਕਰ ਚੁੱਕਿਆ ਹੈ ਕਿ ਡਰੋਨ ਦੇ ਜ਼ਰੀਏ, ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਹਨ ਕਿ ਡਰੋਨ ਦੇ ਜ਼ਰੀਏ ਪਿਛਲੇ ਦਿਨਾਂ ਕਈ ਚੀਜ਼ਾਂ ਜਿਹੜੀ ਹੈ ਉਹ ਕ੍ਰਾਸ ਬਾਰਡਰ ਪੰਜਾਬ 'ਚ ਪਹੁੰਚੀ ਹੈ। ਡਰੋਨ ਦੇ ਜ਼ਰੀਏ ਕਈ ਐਕਸਪਲੋਸਿਵ ਸਾਹਮਣੇ ਆਏ ਹੈ, ਡਰੋਨ ਦੇ ਜ਼ਰੀਏ ਕਈ ਇਲੀਗਲ ਵੈਪਨ ਜਿਹੜੇ ਹੈਗੇ ਉਹ ਇੱਥੇ ਆਏ ਹੈ, ਡਰੋਨ ਦੇ ਜ਼ਰੀਏ ਡਰੱਗਸ ਇੱਥੇ ਪੰਜਾਬ 'ਚ ਪਹੁੰਚੀ ਹੈ। ਪੁਲਿਸ ਸੋਰਸਿਸ ਜਿਹੜੇ ਦੱਸ ਰਹੇ ਨੇ ਕਿ ਬਹੁਤ ਵੱਡੇ ਖੁਲਾਸੇ ਗੁਰਵਿੰਦਰ ਕਰਦਾ ਨਜ਼ਰ ਆ ਰਿਹਾ ਹੈ ਕਿ ਉਹਦੀ ਨਿਸ਼ਾਨਦੇਹੀ ਤੇ 4 ਉਹਦੇ ਜਿਹੜੇ ਸਾਥੀ ਹੈ ਉਹਨਾਂ ਨੂੰ ਵੀ ਕਾਬੂ ਕੀਤਾ ਹੈ, ਉਹਨਾਂ ਕੋਲੋਂ ਵੀ ਪਿਸਟਲ ਹੋਰ ਵੀ ਜਿਹੜੀ ਚੀਜ਼ਾਂ ਹੈ ਉਹ ਰਿਕਵਰ ਕੀਤੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਗੁਰਜੋਤ ਕਿ ਬਹੁਤ ਵੱਡੀ ਸਾਜ਼ਿਸ਼ ਸੀ ਜਿਹਨੂੰ ਲੈ ਕੇ ਹਾਲਾਂਕਿ ਤਰਨਤਾਰਨ ਪੁਲਿਸ ਐਂਟੀ ਗੈਂਗਸਟਰ ਟੀਮ ਲਗਾਤਾਰ ਕੰਮ ਕਰ ਰਹੀ ਹੈ ਤੇ ਇਹਨਾਂ ਦੇ ਹੁਣ ਪੁੱਛਗਿੱਛ ਹੋਰ ਵੀ ਕਈ ਗ੍ਰਿਫਤਾਰੀਆਂ ਜਿਹੜੀਆਂ ਲਗਾਤਾਰ ਜਾਰੀ ਹੈ। ਗੁਰਜੋਤ
बिल्कुल मनोज, जिक्रयोग ये भी है क्योंकि हुण कई धार्मिक और सियासी आगुआं दा जिक्र हो रहा है कि वो भी टारगेट ते सीगे क्योंकि बलविंदर संधू कामरेड बलविंदर संधू कतल मामले दे विच ही गुरविंदर बाबा की गिरफ्तारी हुई है। इत्थे बहुत ये मैंशन करना जरूर बनता है। वापस आ रहे हैं, बने रहो साडे नाल मनोज। तां सीधे तौर ते एक वड्डे खुलासे हो रहे ने और हुण पुछगिछ दे विच सामने आ रहा है कि एक लंबी लिस्ट है उन्हां लोकां दी जिन्हां नूं इन्हां ने टारगेट करना सी। तां हुण इह चिंता दा विशा होवे या फिर राहत दी खबर होवे कि आखिरकार किस तरह दे नाल इह अगे दी जिहड़ी कार्रवाई है उस नूं अमल च लिआंदा जाना सीगा क्योंकि पहलां हुण ਇਹ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ ਪੁਲਿਸ ਨੇ। ਤਾਂ ਅੱਗੇ ਮਸਲਾ ਵੱਡਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਗੁੰਝਲਦਾਰ ਪ੍ਰਸਥਿਤੀਆਂ ਨਜ਼ਰ ਆ ਰਹੀਆਂ ਨੇ, ਇਹ ਆਪਸੀ ਕਨੈਕਸ਼ਨ ਜਿਹੜੇ ਨਜ਼ਰ ਆ ਰਹੇ ਨੇ, ਇਹ ਸਭ ਤੋਂ ਅਹਿਮ ਹੈ ਕਿਉਂਕਿ ਇੱਕ ਪਾਸੇ ਜਿਹੜੇ ਗੈਂਗਸਟਰ ਹੁੰਦੇ ਸੀ ਤਾਂ ਦੂਸਰੇ ਪਾਸੇ ਜਿਹੜੇ ਅਤਵਾਦੀ ਗਤੀਵਿਧੀਆਂ ਵਾਲੇ ਲੋਕ ਹੁੰਦੇ ਸੀ। ਪਰ ਹੁਣ ਇਹ ਕਿਤੇ ਨਾ ਕਿਤੇ ਇਕੱਠਾ ਹੀ ਸਪਤਾਣਾ ਬਾਣਾ ਬੁਣਿਆ ਹੋਇਆ ਜਿਹੜਾ ਉਹ ਨਜ਼ਰ ਆ ਰਿਹਾ। ਤਾਂ ਇਸੇ ਨੂੰ ਲੈ ਕੇ ਇੱਕ ਹੋਰ ਜੁੜੀ ਵੱਡੀ ਖਬਰ ਹੈ। ਅਤਵਾਦੀ ਗੁਰਵਿੰਦਰ ਬਾਬਾ ਦੇ ਕੁਰੂਕਸ਼ੇਤਰ ਆਰਡੀਐਕਸ ਮਾਮਲੇ ਦੇ ਨਾਲ ਤਾਰ ਜੁੜੇ ਹੋਏ ਨੇ। ਵੱਡੀ ਖਬਰ ਹੈ, ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਨਾਲ ਇਹ ਸੰਪਰਕ ਸਾਧਿਆ, ਉਹਨਾਂ ਨੂੰ ਜਾਣਕਾਰੀ ਦਿੱਤੀ ਹੈ। ਸੋ ਵੱਡਾ ਮਸਲਾ ਵੀ ਅਤਵਾਦੀ ਬਾਬਾ ਦੇ ਕੁਰੂਕਸ਼ੇਤਰ ਆਰਡੀਐਕਸ ਮਾਮਲੇ ਦੇ ਨਾਲ ਤਾਰ ਜੁੜੇ ਹੋਏ ਨੇ। हरियाणा पुलिस के वालों पंजाब पुलिस के नाल संपर्क साधिया गया। ये दोवें स्टेट्स की पुलिस आपसी कनैक्शन दे विच ने। बाबा दे शमशेर शेरा रोबिन प्रीत दे नाल तार जुड़े हुए ने, हथियारां ते ड्रग दी सप्लाई करदा है ये बाबा। उसदे वालों खुद भी खुलासे किए जा रहे हैं। पाकिस्तान च बैठे मास्टरमाइंड जिहड़े ने हथियार भेजदे ने, ये सूत्रा दे मुताबिक जानकारी है जिस नूं लैके हाल ही दे विच असीं चर्चा भी कर रहे सी कि किस तरह दे नाल संपर्क है, किस तरह दे नाल ये सारा आपसी कनैक्शन जुड़िया होया है। ਤਾਂ ਹੁਣ ਵੱਡਾ ਮਸਲਾ ਇਹ ਵੀ ਹੈ, ਮਨੋਜ ਰਾਠੀ ਲਗਾਤਾਰ ਨੇ ਸਾਡੇ ਨਾਲ। ਮਨੋਜ, ਜ਼ਰੂਰੀ ਜ਼ਿਕਰਯੋਗ ਇਹ ਵੀ ਹੈ ਕਿ ਪਹਿਲਾਂ ਸਿਰਫ ਤੇ ਸਿਰਫ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਬਾਰਡਰ ਸਟੇਟ ਹੈ, ਬਾਰਡਰ ਤੇ ਹਥਿਆਰ ਆਉਂਦੇ ਨੇ, ਨਸ਼ਾ ਆਉਂਦਾ ਹੈ ਤਾਂ ਉਹ ਸਪਲਾਈ ਹੁੰਦਾ, ਪਰ ਹੁਣ ਕਿਤੇ ਨਾ ਕਿਤੇ ਹਰਿਆਣਾ ਦੇ ਵਿੱਚ ਵੀ ਇਹ ਜਾ ਕੇ ਤਾਰ ਜੁੜ ਰਹੇ ਨੇ। ਕਹਿ ਲਈਏ ਕਿ ਉੱਥੇ ਵੀ ਪੂਰੀ ਕਾਰਵਾਈ ਕਰਨ ਦੀ ਇਹਨਾਂ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਹਾਈਵੇ ਤੇ ਜਿਹੜਾ ਵਿਸਫੋਟਕ ਮਿਲਿਆ ਉਸ ਨੂੰ ਡਿਫਿਊਜ਼ ਕੀਤਾ ਗਿਆ, ਉਹਨਾਂ ਲੋਕਾਂ ਦੇ ਨਾਲ ਵੀ ਗੁਰਵਿੰਦਰ ਬਾਬਾ ਦੇ ਤਾਰ ਜੁੜੇ ਨੇ। ਗੁਰਜੋਤ, ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਤੇ ਹੁਣ ਜਿਹੜੀ ਨਿਕਲ ਕਰ ਗੱਲ ਸਾਹਮਣੇ ਆਈ ਹੈ, ਜਿਹੜੇ ਪੁਲਿਸ ਸੋਰਸ ਦੀ ਜਾਣਕਾਰੀ ਦੇ ਰਹੇ ਹੈ ਕਿ ਹੁਣ ਜਿਹੜਾ ਹਰਿਆਣਾ ਸ਼ਾਹਬਾਦ ਦੇ ਨੇੜੇ ਜਿਹੜਾ ਵੀ ਐਕਸਪਲੋਸਿਵ ਟਾਈਮਰ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਰਿਕਵਰ ਹੋਈ ਸੀ, ਉਹਦੇ ਵਿੱਚ ਸ਼ਮਸ਼ੇਰ ਸ਼ੇਰਾ ਰੋਬਿਨ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਵੱਡੇ ਖੁਲਾਸੇ ਹੁਣ ਸਾਹਮਣੇ ਆ ਰਹੇ ਕਿਉਂਕਿ ਹਰਿਆਣਾ ਪੁਲਿਸ ਹੁਣ ਇਹ ਮੰਨ ਕੇ ਚੱਲ ਰਹੀ ਹੈ ਕਿ ਗੁਰਵਿੰਦਰ ਸਿੰਘ ਬਾਬਾ ਹੈ ਉਹਦੇ ਜਿਹੜੇ ਤਾਰ ਹੈ ਉਹ ਇੱਥੇ ਜੁੜਦੇ ਨਜ਼ਰ ਆ ਰਹੇ ਨੇ। ਸ਼ਮਸ਼ੇਰ ਸ਼ੇਰਾ ਰੋਬਿਨ ਜਿਹੜੇ ਵੀ ਅਰੈਸਟ ਹੋਏ ਹੈ ਕਿਉਂਕਿ ਉਹਨਾਂ ਕੋਲੋਂ ਪੁੱਛਗਿੱਛ 'ਚ ਕਈ ਚੀਜ਼ਾਂ ਸਾਹਮਣੇ ਆਈ ਸੀ, ਰਿੰਦਾ ਦਾ ਕਨੈਕਸ਼ਨ ਵੀ ਸਾਹਮਣੇ ਆਇਆ ਸੀਗਾ, ਲੇਕਿਨ ਹੁਣ ਜਿਹੜੇ ਤਰਨ ਤੋਂ ਗੁਰਵਿੰਦਰ ਬਾਬਾ, ਗੁਰਪ੍ਰੀਤ ਤੇ ਸੰਦੀਪ ਫੜੇ ਗਏ ਨੇ ਕਿਉਂਕਿ ਗੁਰਵਿੰਦਰ ਬਾਬਾ ਇਹਦੇ ਵਿੱਚ ਮੇਨ ਐਕਿਊਜ਼ਡ ਹੈਗਾ ਇਹਦੇ ਵਿੱਚ, ਜਿਹੜਾ ਹਾਲਾਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ NIA ਨੂੰ ਵੀ ਉਹਦੀ ਭਾਲ ਸੀਗੀ। ਜਿਹੜਾ ਕਾਮਰੇਡ ਬਲਵਿੰਦਰ ਸਿੰਘ ਸੰਧੂ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ 2017 ਤੋਂ ਲੈ ਕੇ ਇਹ ਵਾਂਟਡ ਸੀਗਾ ਪੁਲਿਸ ਦਾ ਗੁਰਵਿੰਦਰ ਬਾਬਾ। ਤੇ ਹੁਣ ਹਰਿਆਣਾ ਪੁਲਿਸ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨਾਲ ਸੰਪਰਕ ਸਾਧਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਦੇ ਵਿੱਚ ਕਨੈਕਸ਼ਨ ਜੁੜ ਰਿਹਾ ਹੈ। ਹੁਣ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪਹਿਲਾਂ ਕਰਨਾਲ 'ਚ ਫੜੇ ਗਏ ਸੀ 4 ਆਤੰਕੀ, ਉਹਨਾਂ ਕੋਲੋਂ ਜਿਹੜਾ ਐਕਸਪਲੋਸਿਵ ਰਿਕਵਰ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਰਿੰਦਾ ਦੇ ਕਹਿਣ ਤੇ ਅਸੀਂ ਅੱਗੇ ਜਿਹੜਾ ਹੈਗਾ ਤਸਕਰੀ ਕਰ ਰਹੇ ਸੀ। ਉਸ ਤੋਂ ਬਾਅਦ 4 ਅਗਸਤ ਨੂੰ ਸ਼ਾਹਬਾਦ 'ਚ ਜਿਹੜੀ ਇਸ ਤਰ੍ਹਾਂ ਦੀ ਟਾਈਮਰ, ਇਸ ਤਰ੍ਹਾਂ ਦੇ ਐਕਸਪਲੋਸਿਵ, ਇਸ ਤਰ੍ਹਾਂ ਦੀ ਚੀਜ਼ਾਂ ਮਿਲਣਾ, ਉਸ ਤੋਂ ਬਾਅਦ ਸ਼ਮਸ਼ੇਰ ਸ਼ੇਰਾ ਦਾ ਅਰੈਸਟ ਹੋਣਾ, ਇਹ ਬਹੁਤ ਵੱਡੇ ਕਨੈਕਸ਼ਨ ਜੁੜ ਰਹੇ ਹੈ ਰਿੰਦਾ ਦੇ ਨਾਲ, ਲਖਵੀਰ ਸਿੰਘ ਰੋਡੇ ਦੇ ਨਾਲ। ਤੇ ਜਿਹੜਾ ਗੁਰਵਿੰਦਰ ਬਾਬਾ ਹੈ ਇਹਦੀ ਕੰਮ ਕੀ ਹੈ, ਇਹਦਾ ਇੰਪੋਰਟੈਂਸ ਕੀ ਹੈ? ਇਹਦਾ ਇੰਪੋਰਟੈਂਸ ਇਹ ਹੈ, ਇਹਦਾ ਕੰਮ ਇਹ ਹੈ ਕਿ ਜਿਹੜੀ ਹੁਣ ਤੱਕ ਦੀ ਪੁੱਛਗਿੱਛ ਆ ਰਿਹਾ ਹੈ ਗੁਰਜੋਤ ਕਿ ਗੁਰਵਿੰਦਰ ਬਾਬਾ ਹਥਿਆਰਾਂ ਦੀ, ਐਕਸਪਲੋਸਿਵ ਦੀ, ਜਿਹੜੇ ਵੀ ਕ੍ਰਾਸ ਬਾਰਡਰ ਤੋਂ ਆਉਂਦੇ ਉਹਨਾਂ ਦੀ ਸਪਲਾਈ ਕਰਨ ਤੋਂ ਬਾਅਦ ਅੱਗੇ ਪ੍ਰੋਵਾਈਡ ਕਰਦਾ। ਅੱਗੇ ਕਿੱਥੇ ਤਸਕਰੀ ਕਰਨੀ ਹੈ, ਹਰਿਆਣਾ 'ਚ ਕਰਨੀ ਹੈ, ਦਿੱਲੀ 'ਚ ਕਰਨੀ ਹੈ, ਰਾਜਸਥਾਨ 'ਚ ਕਰਨੀ ਹੈ, ਪੰਜਾਬ ਦੇ ਕਿੱਥੇ ਕਰਨੀ ਹੈ, ਇਹ ਸਾਰਾ ਗੁਰਵਿੰਦਰ ਦੇਖਦਾ ਸੀ। ਤੇ ਹੁਣ ਹਰਿਆਣਾ ਦੀ ਜਿਹੜੀ STF ਪੁਲਿਸ ਹੈ ਹੁਣ ਪੰਜਾਬ ਪੁਲਿਸ ਦੇ ਨਾਲ ਸੰਪਰਕ ਕਰਕੇ ਇਹ ਸਾਰੀ ਸ਼ੇਅਰਿੰਗ ਕਰਨ ਵਾਲੀ ਹੈ। ਇਹ ਬਹੁਤ ਜਲਦ ਮੀਟਿੰਗ ਹੋਣ ਵਾਲੀ ਹੈ ਪੰਜਾਬ ਪੁਲਿਸ ਦੇ ਨਾਲ, ਹਰਿਆਣਾ ਦੇ ਜਿਹੜੇ STF ਆਫੀਸਰਸ ਨੇ ਉਹਨਾਂ ਦੀ ਮੀਟਿੰਗ ਹੋਣ ਵਾਲੀ ਹੈ ਜਿਹਦੇ ਵਿੱਚ ਇਹ ਚੀਜ਼ਾਂ ਸ਼ੇਅਰ ਕਰਨ ਵਾਲੀ ਹੈ ਕਿਉਂਕਿ ਸ਼ਮਸ਼ੇਰ ਸ਼ੇਰਾ ਤੋਂ ਜੋ ਵੀ ਪੁੱਛਗਿੱਛ ਸਾਹਮਣੇ ਆਇਆ ਉੱਤੇ ਗੁਰਵਿੰਦਰ ਸਿੰਘ ਤੋਂ ਜਿਹੜੀ ਵੀ ਪੁੱਛਗਿੱਛ ਆਇਆ ਕਿ ਇੱਕ ਵੱਡਾ ਨੈਕਸਸ, ਇੱਕ ਬਹੁਤ ਵੱਡੀ ਸਾਜ਼ਿਸ਼, ਇੱਕ ਬਹੁਤ ਵੱਡੀ ਲਿਸਟ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਿਹੜਾ ਕਿ ਇੱਕ ਬਹੁਤ ਵੱਡੀ ਜਿਹੜੀ ਲਿਸਟ ਹੈ ਉਹ ਸਾਹਮਣੇ ਆਈ ਹੈ ਕਿ ਚਾਹੇ ਉਹ ਪੋਲੀਟੀਕਲੀ ਲੀਡਰ ਹੋਵੇ, ਚਾਹੇ ਇੱਕ ਵੱਡੇ ਸੈਲੀਬ੍ਰਿਟੀਜ਼ ਹੋਵੇ, ਕੋਈ ਵੀ ਹੋਵੇ, ਉਹਨਾਂ ਨੂੰ ਉਹ ਕਿਸ ਤਰ੍ਹਾਂ ਟਾਰਗੇਟ ਤੇ ਸੀਗੇ। ਇੱਕ ਵੱਡਾ ਧਮਾਕੇ ਦੀ ਸਾਜ਼ਿਸ਼ 15 ਅਗਸਤ ਨੂੰ ਲੈ ਕੇ ਬਹੁਤ ਵੱਡੇ ਧਮਾਕੇ ਦੀ ਸਾਜ਼ਿਸ਼ ਜਾਂ ਕਿਸ ਤਰ੍ਹਾਂ ਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਪੰਜਾਬ ਦੇ ਨਾਲ ਹਰਿਆਣਾ 'ਚ ਵੀ ਹੋਰ ਅੱਗੇ ਜਿਹੜੇ ਦੂਜੇ ਸਟੇਟ 'ਚ, ਇਸ ਕਰਕੇ ਇਹ ਕਨੈਕਸ਼ਨ ਜੁੜ ਰਿਹਾ ਹੈ।
ਟੈਰਰਿਸਟ ਪਲੱਸ ਗੈਂਗਸਟਰ ਦਾ ਕਿ ਕਿਸ ਤਰ੍ਹਾਂ ਰਿੰਦਾ ਦੇ ਕਹਿਣ ਤੇ ਲਖਬੀਰ ਸਿੰਘ ਰੋਡੇ ਦੇ ਕਹਿਣ ਤੇ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਜਿਹੜੇ ਗੁਰਗੇ ਇਹਨਾਂ ਦੇ, ਚਾਹੇ ਉਹ ਗੁਰਵਿੰਦਰ ਬਾਬਾ ਹੋਵੇ, ਚਾਹੇ ਉਹ ਸੰਦੀਪ, ਗੁਰਪ੍ਰੀਤ, ਸ਼ਮਸ਼ੇਰ ਚੇਰਾ, ਬਲਜੀਤ, ਰੋਬਿਨ, ਕਈ ਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਇਹ ਹੁਣ ਕੰਮ ਕਰ ਰਹੇ ਆ, ਤਸਕਰੀ ਕਰ ਰਹੇ ਆ, ਐਕਸਪਲੋਸਿਵ ਦੇ ਨਾਲ ਡਰੱਗਸ ਦੀ ਤਸਕਰੀ, ਇਲੀਗਲ ਵੈਪਨਸ ਦੀ ਤਸਕਰੀ ਤੇ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ੇ ਗੁਰਜੋਤ ਜ਼ਰੂਰ ਹੈ। ਇਸ ਕਰਕੇ ਹੁਣ ਹਰਿਆਣਾ ਦੀ ਐਸਟੀਐਫ ਪੁਲਿਸ ਲਗਾਤਾਰ ਹੁਣ ਪੰਜਾਬ ਪੁਲਿਸ ਦੇ ਸੰਪਰਕ 'ਚ ਹੈ ਔਰ ਸ਼ੇਅਰਿੰਗ ਕੀਤੀ ਜਾ ਰਹੀ ਹੈ ਕਿ ਆਖਿਰ ਇਹਨਾਂ ਦੇ ਜਿਹੜੇ ਕਨੈਕਸ਼ਨ ਹੈ ਉਹ ਕਿੱਥੇ ਜੁੜ ਰਹੇ। ਮਨੋਜ, ਜਾਂ ਫਿਰ ਇਹਦੇ ਬਾਰੇ ਵੀ ਜ਼ਰੂਰ ਚਰਚਾ ਕਰੀਏ ਕਿ ਗੁਰਵਿੰਦਰ ਬਾਬਾ ਦਾ ਅਸੀਂ ਹੁਣ ਜ਼ਿਕਰ ਕਰ ਰਹੇ ਹਾਂ। ਬਲਵਿੰਦਰ ਸੰਧੂ ਕਤਲ ਮਾਮਲੇ ਦੇ ਵਿੱਚ ਲੋੜਿੰਦਾ ਸੀ, ਇਹ ਸਭ ਹੁਣ ਸਾਫ਼ ਹੋ ਚੁੱਕਿਆ। ਖੁਲਾਸੇ ਹੋ ਰਹੇ ਨੇ ਕਿ ਪਾਕਿਸਤਾਨ 'ਚ ਲੋਕਾਂ ਦੇ ਨਾਲ ਕਨੈਕਸ਼ਨ ਨਹੀਂ, ਯਾਨੀ ਕਿ ਮੇਨ ਅਸੀਂ ਸ਼ਖਸ ਕਹਿ ਸਕਦੇ ਹਾਂ, ਉਹ ਬੰਦਾ ਕਹਿ ਸਕਦੇ ਹਾਂ, ਉਹ ਭਰੋਸੇਯੋਗ ਸ਼ਖਸ ਕਹਿ ਸਕਦੇ ਹਾਂ ਜਿਹੜਾ ਕਿ ਪਾਕਿਸਤਾਨ 'ਚ ਬੈਠੇ ਉਹਨਾਂ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਹੈ। ਯਾਨੀ ਕਿ ਹੁਣ ਇਹ ਜੇ ਵੱਡੀ ਕਾਰਵਾਈ ਹੋਈ ਹੈ, ਹੁਣ ਗ੍ਰਿਫਤਾਰੀ ਹੋਈ ਹੈ, ਤਾਂ ਹੁਣ ਕਿਤੇ ਨਾ ਕਿਤੇ ਰਸਤਾ ਸਾਫ਼ ਹੈ ਇਹ ਪੂਰੇ ਸਾਰੇ ਮਾਮਲੇ ਨੂੰ ਸਾਫ਼ ਕਰਨ ਦਾ ਔਰ ਲੋਕਾਂ ਤੱਕ ਪਹੁੰਚਾਉਣ ਦਾ ਕਿ ਆਖਰਕਾਰ ਇਹ ਸਾਰਾ ਹੋ ਕੀ ਰਿਹਾ। ਕਿਉਂਕਿ ਸ਼ੁਰੂ ਤੋਂ ਅਸੀਂ ਵੇਖੀਏ ਬਹੁਤ ਸਾਰੇ ਕਤਲ ਹੋਏ ਨੇ, ਨਾਮੀ ਲੋਕਾਂ ਨੂੰ ਧਮਕੀਆਂ ਆਈਆਂ ਨੇ, ਉਹ ਜ਼ਿਕਰਯੋਗ ਬੰਦ ਹੈ। ਬਿਲਕੁਲ ਗੁਰਜੋਤ, ਹੁਣ ਕਈ ਚੀਜ਼ਾਂ ਖੁੱਲਦੀਆਂ ਨਜ਼ਰ ਆ ਰਹੀ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਬਿਲਕੁਲ ਠੀਕ ਕਿ ਹੁਣ ਕਈ ਚੀਜ਼ਾਂ ਖੁੱਲਦੀਆਂ ਨਜ਼ਰ ਆ ਰਹੀ ਹੈ ਕਿ ਪਿਛਲੇ ਦਿਨਾਂ 'ਚ ਕਈ ਲੋਕਾਂ ਨੂੰ ਥ੍ਰੈਟ ਕਾਲਸ ਆਈ ਹੈ, ਰੰਗਦਾਰੀ ਦੇ ਨਾਲ ਫਿਰੌਤੀ ਦੇ ਨਾਲ ਜਾਨ ਤੋਂ ਮਾਰਨ ਦੀ ਧਮਕੀਆਂ, ਵੱਡੇ ਪੋਲੀਟੀਕਲੀ ਲੀਡਰਸ ਨੂੰ ਵੀ ਜਾਂ ਫਿਰ ਹੋਰ ਜਿਹੜੇ ਵੱਡੇ ਬਿਜ਼ਨਸਮੈਨ ਹੈ ਜਾਂ ਫਿਰ ਸੈਲੀਬ੍ਰਿਟੀਜ਼ ਨੇ ਉਹਨਾਂ ਨੂੰ ਵੀ ਧਮਕੀ ਆਈ ਹੈ। ਹੁਣ ਇਹ ਕੜੀਆਂ ਜੁੜਦੀ ਨਜ਼ਰ ਆ ਰਹੀਆਂ। ਪਾਕਿਸਤਾਨ 'ਚ ਬਹਿ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ, ਜਿਹੜੇ ਖਾਸ ਕਰ ਬਾਰਡਰ ਏਰੀਆ ਦੇ ਜਿਹੜੇ ਨਾਲ ਲੱਗਦੇ ਨੌਜਵਾਨ ਨੇ, ਜਿਹੜੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਲਾਲਚ ਦਿੱਤਾ ਜਾ ਰਿਹਾ, ਉਹ ਕਿਸ ਤਰ੍ਹਾਂ ਆਪਣੇ ਗੁਰਗੇ ਜਿਹੜੇ ਤਿਆਰ ਕਰਨ ਤੋਂ ਬਾਅਦ ਤਸਕਰੀ ਕਰਾਈ ਜਾ ਰਹੀ ਹੈ, ਐਕਸਪਲੋਸਿਵ ਜਾਂ ਫਿਰ ਇਲੀਗਲ ਵੈਪਨਸ ਜਿਹੜੇ ਹੈ ਉਹ ਸਪਲਾਈ ਹੋ ਰਹੇ ਹੈ, ਕਿਤੇ ਜਾ ਰਹੇ ਹੈ, ਕਿਸ ਤਰ੍ਹਾਂ ਦੀ ਸਾਜ਼ਿਸ਼ ਹੈ। ਇਹ ਬਹੁਤ ਵੱਡੇ ਖੁਲਾਸੇ ਜਿਹੜੇ ਹੈ ਹੁਣ ਸਾਹਮਣੇ ਆ ਰਹੇ ਕਿ ਪਾਕਿਸਤਾਨ 'ਚ ਬਹਿ ਕੇ ਕਿਸ ਤਰ੍ਹਾਂ ਰਿੰਦਾ ਦਾ ਕਨੈਕਸ਼ਨ ਬਾਰ-ਬਾਰ ਕਿਉਂ ਆ ਰਿਹਾ ਹੈ। ਗੁਰਜੋਤ, ਬਾਰ-ਬਾਰ ਰਿੰਦਾ ਦਾ ਕਨੈਕਸ਼ਨ ਆ ਰਿਹਾ ਹੈ। ਆਰਪੀਜੀ ਅਟੈਕ ਹੋਇਆ ਸੀਗਾ ਸਟੇਟ ਇੰਟੈਲੀਜੈਂਸ ਹੈੱਡਕੁਆਟਰ 'ਚ, ਉੱਥੇ ਵੀ ਰਿੰਦਾ ਦਾ ਨਾਂ ਸਾਹਮਣੇ ਆਇਆ ਸੀਗਾ ਤੇ ਲੰਡਾ ਦਾ ਨਾਂ ਸਾਹਮਣੇ ਆਇਆ ਸੀ। ਤੇ ਹੁਣ ਜਿਹੜੇ ਫੜੇ ਗਏ ਨੇ ਉਹਦੇ ਵਿੱਚ ਵੀ ਰਿੰਦਾ ਦਾ ਤੇ ਲਖਬੀਰ ਸਿੰਘ ਰੋਡੇ ਦਾ ਨਾਂ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਇਹ ਸਾਜ਼ਿਸ਼ ਨੂੰ ਕਰ ਰਿਹਾ, ਕਿਸ ਤਰ੍ਹਾਂ ਪਲੈਨਿੰਗ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਇਹ ਸਾਰਾ ਐਕਸਪਲੋਸਿਵ ਤਸਕਰੀ ਹੋ ਰਿਹਾ, ਕਿਸ ਤਰ੍ਹਾਂ ਡਰੱਗਸ ਤਸਕਰੀ ਹੋ ਰਿਹਾ। ਕਿਉਂਕਿ ਐਂਟੀ ਗੈਂਗਸਟਰ ਟੀਮ ਨੇ ਜਿਹੜਾ ਹੈਪੀ ਪੁੱਲਰ ਫੜਿਆ ਸੀਗਾ ਉਹਦੇ ਕੋਲੋਂ ਵੀ ਕਈ ਚੀਜ਼ਾਂ ਰਿਕਵਰ ਹੋਈ ਹੈ, ਉਹਦੇ ਕੋਲੋਂ ਵੀ ਪੁੱਛਗਿੱਛ ਬਹੁਤ ਵੱਡੇ ਖੁਲਾਸੇ ਹੋ ਰਹੇ ਹੈ, ਬਹੁਤ ਵੱਡੇ ਕਿ ਕਿਸ ਤਰ੍ਹਾਂ ਕ੍ਰਾਸ ਬਾਰਡਰ लगातार तस्करी हो रही है, क्रॉस बॉर्डर लगातार इलीगल वेपन की तस्करी हो रही है, क्रॉस बॉर्डर लगातार ड्रग्स की तस्करी हो रही है। तो बहुत बड़ी चिंता का विषय है। तो हुण पुलिस लगातार सख्ती नाल काम कर रही है, तो बड़े गुरगे भी हुण अरेस्ट किए जा रहे हैं। गुरजोत जी बिल्कुल ठीक है मनोज, धन्यवाद है तमाम चर्चा दे लई। तां वाकई ही इत्थे बहुत अहम है और वड्डी खबर यही है कि गुरविंदर बाबा तां हुण इस वेले वो बहुत वड्डा मुख सरगना कह सकते हैं इस वेले नजर आ रहा है, क्योंकि पाकिस्तान च जो लोग बैठे ने उस दे नाल कनैक्शन ने, सीधी गलबात हुंदी है। अगे होर मुंडे जिहड़े ने तैयार कीते जांदे ने जिन्हां तो नशा हथियार सप्लाई कराए जांदे ने, ते नाल ही वो सारियां चीज़ां लुको के रखण नूं लैके भी जिम्मेवारी जिहड़ी नूं दित्ती गई सी, ये भी खुलासे हो रहे ने। तां इन्ना ही जो पिछले दिन ही करनाल दे विच जो वड्डी बरामदगी हुई हाईवे तो जो विस्फोटक मिलिया उस दे विच जो तरन तारण दे दो मुंडे जिन्हां दा जिक्र हो रहा शमशेर ਉਹ ਜਿਹੜੇ ਨੇ ਉਹ ਵੀ ਸੰਪਰਕ ਦੇ ਵਿੱਚ ਨੇ ਗੁਰਵਿੰਦਰ ਬਾਬਾ ਦੇ, यानी कि बहुत ही ਵੱਡੀ ਕਾਰਵਾਈ ਨੂੰ ਹੋਰ ਅੰਜਾਮ ਦਿੱਤਾ ਜਾਣਾ ਸੀ, ਪਰ ਫਿਲਹਾਲ ਇਹ ਕਾਰਵਾਈ ਪੁਲਿਸ ਦੇ ਵੱਲੋਂ ਹੁਣ ਕੀਤੀ ਜਾ ਰਹੀ ਹੈ। ਤਾਂ ਇਹ ਵੀ ਖਬਰ ਹੈ ਕਿ ਅਤਵਾਦੀ ਗੁਰਵਿੰਦਰ ਬਾਬਾ ਦੇ 4 ਹੋਰ ਸਾਥੀ ਗ੍ਰਿਫਤਾਰ ਕੀਤੇ ਗਏ ਨੇ। ਖਡੂਰ ਸਾਹਿਬ ਦੇ ਵਿੱਚ ਰੇਡ ਕੀਤਾ ਗਿਆ, ਰੇਡ ਕਰਕੇ ਕਾਬੂ ਕੀਤਾ ਗਿਆ। 32 ਬੋਰ ਦੀ ਪਿਸਤੌਲ ਤੇ 40 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਹੋਈ ਹੈ। ਤਾਂ ਇਹ ਵੀ ਵੱਡੀ ਗ੍ਰਿਫਤਾਰੀ ਮੰਨੀ ਜਾ ਸਕਦੀ ਹੈ। ਬਾਬਾ ਦੇ ਸਾਥੀ ਤੇ ਸ਼ਿਕੰਜਾ ਕੱਸਿਆ ਗਿਆ। ਖਡੂਰ ਸਾਹਿਬ ਦੇ ਵਿੱਚ ਇਹ ਕਾਰਵਾਈ ਹੋਈ ਹੈ। 32 ਬੋਰ ਦੀ ਪਿਸਟਲ ਜਿਹੜੀ ਹੈ ਉਹ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 40 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਵੀ ਬਰਾਮਦ ਹੋਈ ਹੈ। ਤਾਂ ਮੁਲਜ਼ਮਾਂ ਦੇ ਕੋਲੋਂ ਇੱਕ ਮੈਗਜ਼ੀਨ ਔਰ ਕਾਰਤੂਸ ਵੀ ਬਰਾਮਦ ਹੋਏ ਨੇ। ਗੁਰਸਾਹਿਬ ਸਿੰਘ, ਮਨਜਿੰਦਰ ਸਿੰਘ, ਇੰਦਰਜੀਤ ਔਰ ਦਲਜੀਤ ਨੂੰ ਗ੍ਰਿਫਤਾਰ ਕੀਤਾ ਗਿਆ। ਚਾਰਾਂ ਦਾ ਨਾਮ ਵੀ ਸਾਹਮਣੇ ਆਇਆ ਕਿ ਇਹ ਕੌਣ ਨੇ। ਗੁਰਸਾਹਿਬ, ਮਨਜਿੰਦਰ, ਇੰਦਰਜੀਤ ਤੇ ਦਲਜੀਤ ਬਾਬਾ ਦੇ ਨਾਲ ਮਿਲ ਕੇ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਵੱਡਾ ਨੈਕਸਸ ਚਲਾਇਆ ਜਾ ਰਿਹਾ ਸੀ। ਚਾਰਾਂ ਨੂੰ ਰਿਮਾਂਡ ਤੇ ਲੈ ਕੇ ਹੁਣ ਅੱਗੇ ਦੀ ਪੁੱਛਗਿੱਛ ਕੀਤੀ ਜਾਏਗੀ ਕਿ ਉਹਨਾਂ ਦੇ ਵੱਲੋਂ ਪੈਸਿਆਂ ਨੂੰ ਲੈ ਕੇ ਅਜਿਹਾ ਕੰਮ ਕੀਤਾ ਗਿਆ ਜਾਂ ਫਿਰ ਹੋਰ ਕੀ ਕੁਝ ਜਾਣਕਾਰੀਆਂ ਨੇ ਉਹਨਾਂ ਦੇ ਕੋਲ, ਕੀ ਕੁਝ ਅੱਗੇ ਵੱਡੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਸਨ। ਫੜੇ ਸੀਗੇ ਗੁਰਵਿੰਦਰ ਬਾਬਾ, ਸੰਦੀਪ ਕਾਲਾ, ਇਹਨਾਂ ਦੇ ਜਿਹੜੇ ਫੋਲੋ ਅਪ ਐਕਸ਼ਨ ਦੇ ਵਿੱਚ ਅਸੀਂ ਇਹਨਾਂ ਦੇ ਗੈਂਗ ਦੇ ਜਿਹੜੇ 4 ਬੰਦੇ ਹੋਰ ਫੜੇ ਨੇ। 4 ਬੰਦੇ ਜਿਹੜੇ ਉਹ ਇੱਕ ਹੈਗਾ ਗੁਰਸਾਹਿਬ ਸਿੰਘ ਸਾਬਾ, ਇਹ ਪਿੰਡ ਵੇਰਕਾ,
दूसरा मनजिंदर संगरकोट, तीसरा इंद्रजीत संगरकोट, एक दलजीत उर्फ लाली पहलवान। ਜਿਹੜਾ ਮਨਜਿੰਦਰ ਤੇ ਇੰਦਰਜੀਤ ਆ ਇਹਨਾਂ ਦੇ ਨਾਲ ਜਿਹੜੇ ਇਹੀ ਆਰਮਜ਼ ਸਮਗਲਿੰਗ ਕਰਨ ਦਾ ਜਿਹੜਾ ਹੈਗਾ ਇੱਧਰ ਉੱਧਰ ਜਿਹੜੇ ਹਥਿਆਰ ਕਰਨ ਦਾ ਉਹ ਕੰਮ ਕਰਦੇ ਸੀਗੇ। ਜਿਹੜਾ ਕੁਲਜੀਤ ਤੇ ਗੁਰਸਾਹਿਬ ਹੈਗਾ ਇਹ ਇਹਨਾਂ ਦੇ ਨਾਲ ਰਲ ਕੇ ਜਿਹੜਾ ਹੀਰੋਇਨ ਦਾ ਜਾਂ ਅੱਗੇ ਜਿਹੜਾ ਕੰਮ ਕਰਦੇ ਸੀ, ਜਿਹੜੇ ਬਾਹਰੋਂ ਰਿਸੀਵ ਕਰਦੇ ਸੀ ਤੇ ਹੀਰੋਇਨ ਦਾ ਜਿਹੜਾ ਕੰਮ ਕਮੇਦਰ ਕਰਦੇ ਸੀ। ਇਹਨਾਂ ਨੂੰ ਅਸੀਂ 40 ਗ੍ਰਾਮ ਹੀਰੋਇਨ, ਇੱਕ ਪਿਸਤੌਲ, 32 ਬੋਰ ਮੈਗਜ਼ੀਨ, ਰੌਂਦ ਜਿੰਦਾ ਜਿਹੜੇ ਆ ਇਸ ਬੰਦਿਆਂ ਤੋਂ ਫੜੇ ਨੇ। ਇਹ ਚਾਰੇ ਬੰਦੇ ਜਿਹੜੇ ਇਸ ਦੇ ਵਿੱਚ ਅਸੀਂ ਅਰੈਸਟ ਪਾਏ ਨੇ। ਅੱਗੇ ਵਧਦੇ ਹਾਂ, ਜ਼ਿਕਰ ਕਰਾਂਗੇ ਬੰਦ ਦਾ। ਅੱਜ ਜਲੰਧਰ ਬੰਦ ਹੈ। ਜਲੰਧਰ ਦੇ ਵਿੱਚ ਵਾਲਮੀਕ ਭਾਈਚਾਰੇ ਦੇ ਵੱਲੋਂ ਦੱਸਦੇ ਕਿ ਬੰਦ ਦਾ ਸੱਦਾ ਦਿੱਤਾ ਗਿਆ। ਸਾਬਕਾ ਏਜੀ ਅਨਮੋਲ ਰਤਨ ਸਿੱਧੂ ਦੇ ਖਿਲਾਫ ਕਾਰਵਾਈ ਮੰਗੀ ਜਾ ਰਹੀ ਹੈ। ਅਨਮੋਲ ਰਤਨ ਸਿੱਧੂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸੋ ਉਸ ਨੂੰ ਲੈ ਕੇ ਸੱਦਾ ਦਿੱਤਾ ਗਿਆ ਹੈ। ਸਾਬਕਾ ਏਜੀ ਤੇ ਭਾਈਚਾਰੇ ਦੇ ਖਿਲਾਫ ਟਿੱਪਣੀ ਦਾ ਇਲਜ਼ਾਮ ਹੈ। ਹਾਲਾਂਕਿ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਹੋਈ ਸੀ, ਪਰ ਉਸ ਤੋਂ ਬਾਵਜੂਦ ਜਿਹੜਾ ਅੱਜ ਬੰਦ ਹੋਏਗਾ ਤਾਂ ਫਗਵਾੜਾ ਦੇ ਵਿੱਚ ਵੀ ਨੈਸ਼ਨਲ ਹਾਈਵੇ ਰੋਕਣ ਦੀ ਤਿਆਰੀ ਹੈ ਔਰ ਉੱਥੇ ਗੰਨਾ ਕਿਸਾਨ ਬੈਠੇ ਹੋਏ ਨੇ। ਜਲੰਧਰ ਅੰਬਾਲਾ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਹੋਏਗੀ ਔਰ ਸਿੱਧੇ ਤੌਰ ਤੇ ਇਹ ਇੱਥੇ ਜ਼ਿਕਰ ਹੋ ਗਿਆ ਕਿ ਲੋਕ ਜਿਹੜੇ ਨੇ ਜੇਕਰ ਜਾਣਾ ਚਾਹੁੰਦੇ ਨੇ ਉੱਥੇ, ਜੇਕਰ ਉਹਨਾਂ ਦੇ ਵੱਲੋਂ ਉਸ ਰਸਤੇ ਤੋਂ ਲੰਘਿਆ ਜਾਣਾ ਹੈ ਤਾਂ ਪਹਿਲਾਂ ਜ਼ਰੂਰ ਜਾਣਕਾਰੀ ਲਈ ਜਾਵੇ, ਕਿਉਂਕਿ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਿਹੜਾ ਵਾਲਮੀਕ ਭਾਈਚਾਰੇ ਦੇ ਵੱਲੋਂ ਹੈ ਉਹ ਕਾਲ ਦਿੱਤੀ ਹੋਈ ਹੈ। ਉਹਨਾਂ ਦੇ ਵੱਲੋਂ ਬੰਦ ਕੀਤਾ ਜਾਣਾ ਹੈ। ਜਲੰਧਰ ਦੇ ਅੰਦਰੂਨੀ ਹਿੱਸੇ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਬੰਦ ਕੀਤਾ ਜਾਣਾ ਹੈ ਔਰ ਬਾਕੀ ਦਾ ਜਿਹੜਾ ਹਾਈਵੇ ਦਾ ਹਿੱਸਾ ਉਹ 12 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਕੀਤਾ ਜਾਣਾ ਹੈ। ਤਾਂ ਇਸ ਤੋਂ ਇਲਾਵਾ ਫਗਵਾੜਾ ਦੇ ਵਿੱਚ ਹਾਈਵੇ ਤੇ ਜਾਮ ਗੰਨਾ ਕਿਸਾਨ ਦੇਣਗੇ। ਹਾਲਾਂਕਿ ਬੀਤੇ ਦਿਨ ਵੀ ਦਿੱਤਾ ਗਿਆ ਸੀ, ਪਰ ਉੱਥੇ ਜ਼ਿਕਰ ਕੀਤਾ ਜਾਵੇ ਤਾਂ ਰਾਖੀ ਦੇ ਤਿਉਹਾਰ ਦੇ ਮੱਦੇਨਜ਼ਰ ਜਿਹੜਾ ਹੈ ਉਹ ਇੱਕ ਰਸਤਾ ਖੋਲ ਦਿੱਤਾ ਗਿਆ ਸੀ ਤਾਂ ਕਿ ਲੋਕ ਮੁਸ਼ਕਿਲ 'ਚ ਨਾ ਆਉਣ। ਪਰ ਅੱਜ ਜਿਹੜਾ ਹੈ ਉਹ ਪ੍ਰਦਰਸ਼ਨ ਜ਼ਰੂਰ ਹੋਏਗਾ। ਅੱਜ ਹਾਈਵੇ ਜਾਮ ਕੀਤਾ ਜਾਏਗਾ ਔਰ ਖਾਸ ਤੌਰ ਤੇ ਬਹੁਤ ਅਹਿਮ ਹੈ ਜਾਣਕਾਰੀ ਜ਼ਰੂਰ ਲੈਣੇ ਆ। ਮੌਕੇ ਤੇ ਚੱਲਦੇ ਆ ਸਿੱਧਾ ਜਲੰਧਰ ਤੋਂ ਸੁਰਿੰਦਰ ਕੰਬੋਜ ਨੇ ਸਾਡੇ ਨਾਲ ਲਾਈਵ ਮੌਜੂਦ ਨੇ। ਜਲੰਧਰ ਦੇ ਵਿੱਚ ਇਸ ਵੇਲੇ ਸਥਿਤੀ ਕੀ ਹੈ ਸੁਰਿੰਦਰ? ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ, 9 ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ, 1.5 ਘੰਟੇ ਤੋਂ ਉੱਪਰ ਹੋ ਚੁੱਕਿਆ ਹੈ, ਇਸ ਵੇਲੇ ਕੀ ਮੌਜੂਦਾ ਸਥਿਤੀ ਹੈ? ਬਿਲਕੁਲ ਗੁਰਜੋਤ, ਜਿਹੜਾ ਕਿ ਵਾਲਮੀਕੀ ਸਮਾਜ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ, ਹਾਲਾਂਕਿ ਅੰਮ੍ਰਿਤਸਰ ਵੱਲੋਂ ਉਹ ਬੰਦ ਦੀ ਕਾਲ ਪੋਸਟਪੋਨ ਕਰ ਦਿੱਤੀ ਹੈ, ਵਾਪਸ ਲੈ ਲਈ ਗਈ, ਪਰ ਜਲੰਧਰ ਵਾਲਮੀਕੀ ਸਮਾਜ ਵੱਲੋਂ ਉਹ ਵਾਲੀ ਜਿਹੜੀ ਬੰਦ ਦੀ ਕਾਲ ਸੀ ਵਾਪਸ ਨਹੀਂ ਲਈ ਗਈ। ਔਰ ਹਾਲਾਂਕਿ ਥੋੜੀ ਦੇਰ ਪਹਿਲਾਂ ਆਲਾ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਉਹਨਾਂ ਦੀ ਔਰ ਬੰਦ ਦੀ ਕਾਲ ਲਗਾਤਾਰ ਬਰਕਰਾਰ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਅਸੀਂ ਜਲੰਧਰ 올ਡ ਰੇਲਵੇ ਰੋਡ ਦੇ ਉੱਤੇ ਮੌਜੂਦ ਹੈਗੇ ਆ ਔਰ ਤਮਾਮ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਬੰਦ ਕਰਾ ਦਿੱਤੀਆਂ ਹੈਗੀਆਂ, ਪਰ ਹਾਲਾਂਕਿ ਟ੍ਰੈਫਿਕ ਜਿਹੜਾ ਹੈਗਾ ਉਹ ਦੀ ਰਫ਼ਤਾਰ ਘੱਟ ਜ਼ਰੂਰ ਹੈਗੀ ਹੈ ਪਰ ਸੁਚਾਰੂ ਰੂਪ ਨਾਲ ਚੱਲ ਰਿਹਾ ਹੈਗਾ। 3 ਵੀਲਰ ਚੱਲ ਰਹੇ ਨੇ, 4 ਪਹੀਆ ਵਾਹਨ, ਕਾਰਾਂ ਚੱਲ ਰਹੀਆਂ, ਸਕੂਟਰ, ਮੋਟਰਸਾਈਕਲ ਵੀ ਚੱਲ ਰਹੇ ਨੇ। ਔਰ ਮੇਰੇ ਨਾਲ ਇਸ ਵੇਲੇ ਸਮਾਜ ਦੇ ਆਗੂ ਜਿਹੜੇ ਹੈਗੇ ਆ ਉਹ ਨਾਲ ਹੈਗੇ, ਟਾਈਗਰ ਫੋਰਸ ਦੇ ਜਿਹੜੇ ਪ੍ਰਧਾਨ ਹੈਗੇ ਉਹ ਵੀ ਨਾਲ ਹੈਗੇ ਨੇ। ਇਸ ਵੇਲੇ ਪੈਦਲ ਮਾਰਚ ਜਿਹੜਾ ਹੈਗਾ ਉਹ ਇਸ ਰੇਲਵੇ ਰੋਡ ਦੇ ਉੱਤੇ ਕੱਢਣ ਜਾ ਰਹੇ ਨੇ। ਇਹਨਾਂ ਨਾਲ ਗੱਲ ਕਰ ਲੈਂਦੇ ਆ। ਭਾਈ, ਬੰਦ ਦੀ ਕਾਲ ਦਿੱਤੀ ਗਈ ਸੀ ਅੰਮ੍ਰਿਤਸਰ ਵੱਲੋਂ, ਪਰ ਉਹਨਾਂ ਨੇ ਉਹਨੂੰ ਪੋਸਟਪੋਨ ਕਰ ਦਿੱਤਾ, ਗਾਹਾਂ ਪਾ ਦਿੱਤਾ, ਕਿਉਂਕਿ 19 ਤਰੀਕ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਹੋਏਗੀ, ਉਸ ਤੋਂ ਬਾਅਦ ਅਗਲੀ ਰਣਨੀਤੀ ਘੜੀ ਜਾਏਗੀ। ਤੁਹਾਡੇ ਵੱਲੋਂ ਬੰਦ ਦੀ ਕਾਲ ਵਾਪਸ ਨਹੀਂ ਲਈ, ਕੀ ਕਾਰਨ ਕੀ ਹੈਗਾ? ਜਿਹੜੀ ਬੰਦ ਦੀ ਕਾਲ ਵਾਪਸ ਲਈ ਗਈ ਹੈ ਅੰਮ੍ਰਿਤਸਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਈ ਗਈ ਹੈ, ਕਿਉਂਕਿ ਸ਼ਰਾਰਤੀ ਅਨਸਰ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਜਦੋਂ ਪੰਜਾਬ ਬੰਦ ਦੀ ਕਾਲ ਦਾ ਸੱਦਾ ਜਿਹੜਾ 24 ਜੁਲਾਈ ਨੂੰ ਜਿਹੜਾ ਦਿੱਤਾ ਗਿਆ ਸੀਗਾ ਔਰ ਉਹਦੇ ਵਿੱਚ ਪੰਜਾਬ ਦੀਆਂ ਅਲੱਗ-ਅਲੱਗ ਪੰਜਾਬ ਦੇ ਵਿੱਚ ਜਥੇਬੰਦੀਆਂ, ਸਾਰੀਆਂ ਫੋਰਸਾਂ, ਸੰਗਠਨ ਪਹੁੰਚੇ ਸੀਗੇ। ਉਹ ਸਾਰਿਆਂ ਦੇ ਵਿੱਚ ਬਹਿ ਕੇ ਇਹ ਜਿਹੜਾ ਨਿਰਣੇ ਲਿਆ ਗਿਆ ਸੀ ਔਰ ਪੰਜਾਬ ਬੰਦ ਦੀ ਕਾਲ ਦਾ ਸੱਦਾ ਜਿਹੜਾ 12 ਤਰੀਕ ਨੂੰ ਚੁਣੀ ਗਈ ਸੀਗੀ। ਸੋ ਉਸ ਵਕਤ ਕਿਸੇ ਨੂੰ ਇਹ ਨਹੀਂ ਪਤਾ ਕਿ ਰੱਖੜੀ 11 ਦੀ ਹੈ। ਸੋ ਉਸ ਵਕਤ ਜਿਹੜੀ ਐਲਾਨ ਕਰ ਦਿੱਤਾ ਸੀਗਾ 12 ਤਰੀਕ ਦਾ ਕਿ 12 ਨੂੰ ਪੰਜਾਬ ਬੰਦ ਹੋਊਗਾ ਔਰ 10 ਤਰੀਕ ਨੂੰ ਜਿਹੜਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਵਿਕਾਸ ਭਵਨ ਦੇ ਵਿੱਚ ਇੱਕ ਮੀਟਿੰਗ ਵੀ ਸਾਡੀ ਹੋਈ ਆ, ਜਿੱਥੇ ਪੰਜਾਬ ਦੀ ਜਥੇਬੰਦੀਆਂ ਉੱਥੇ ਵੀ ਪਹੁੰਚੀਆਂ ਔਰ ਉੱਥੇ ਵੀ ਜਦੋਂ ਧਾਲੀਵਾਲ ਸਾਹਿਬ ਜੀ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਵਿਸ਼ੇ ਬਾਰੇ ਕੁਝ ਵੀ ਨਹੀਂ ਪਤਾ, ਤੁਸੀਂ ਮੰਗ ਪੱਤਰ ਜਿਹੜੀਆਂ ਤੁਹਾਡੀ ਡਿਮਾਂਡ ਹੈਗੀ ਆ ਸਾਨੂੰ ਦੇ ਦਿਓ। ਸੋ ਮੈਂ ਇਹਨਾਂ ਨੂੰ ਅੱਗੇ ਫਾਰਵਰਡ ਕਰਵਾ ਦਊਗਾ ਮੰਤਰੀ ਸਾਹਿਬ ਨਾਲ, ਮੁੱਖ ਮੰਤਰੀ ਪੰਜਾਬ ਦੇ ਨਾਲ ਭਗਵੰਤ ਮਾਨ ਜੀ ਦਾ। ਸੋ ਸਾਨੂੰ ਉੱਥੇ ਵੀ ਕੋਈ ਵੱਡਾ ਕੋਈ ਹੁੰਗਾਰਾ ਨਹੀਂ ਸਾਨੂੰ ਮਿਲਿਆ, ਸੋ ਇਸ ਕਾਰਨ ਉੱਥੇ ਜਿਹੜੀ ਮੀਟਿੰਗ ਆ ਭੰਗ ਕੀਤੀ ਗਈ ਸਾਰਾ। ਇਹ ਰਵਿੰਦਰ ਹੰਸ ਜਿਹੜੇ ਤੁਹਾਡੇ ਮੇਲ ਆਗੂ ਹੈਗੇ ਉਹਨਾਂ ਵੱਲੋਂ ਪੋਸਟਪੋਨ ਕੀਤਾ ਗਿਆ ਨਾ ਪ੍ਰੋਗਰਾਮ ਸਾਰਾ? ਰਵਿੰਦਰ ਹੰਸ ਜੀ ਸਾਡੇ ਸਮਾਜ ਦੇ ਆਗੂਕਾਰ, ਸੀਨੀਅਰ ਆਗੂ ਆ ਔਰ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਆਮ ਪਾਰਟੀ ਦੇ ਉਹ ਆਗੂਕਾਰ ਨੇ। ਸੋ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਮੀਟਿੰਗ ਦਾ ਅਰੇਂਜ ਚੰਡੀਗੜ੍ਹ ਰਖਾਇਆ ਸੀ, ਪਰ
ਮੀਟਿੰਗ ਦੇ ਵਿੱਚ ਕੋਈ ਵੀ ਸਮਾਜ ਦੇ ਹੱਕ ਦੇ ਵਿੱਚ ਕੋਈ ਵੀ ਸਿੱਕਾ ਨਹੀਂ ਖਰਾ ਉਤਰਿਆ। ਸੋ ਇਸ ਕਾਰਨ ਜਿਹੜਾ ਪੰਜਾਬ ਬੰਦ ਦੀ ਕਾਲ 12 ਦੀ ਕੈਂਪ ਸੀਗੀ, ਪਰ ਕੱਲ ਅੰਮ੍ਰਿਤਸਰ ਦੇ ਵਿੱਚ ਕੁਝ 1-2 ਸੰਗਠਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਪੁਲਿਸ ਪ੍ਰਸ਼ਾਸਨ ਦੇ ਨਾਲ। ਉਹਨਾਂ ਨੇ ਆਪਣੇ ਵੱਲੋਂ ਕਾਲ ਵਾਪਸ ਲਈ ਆ, ਪਰ ਅਸੀਂ ਚਾਹੁੰਦੇ ਸੀਗੇ ਕਿ ਕਾਲ ਜੇ ਵਾਪਸ ਲੈਣੀ ਸੀਗੀ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਬੁਲਾ ਕੇ ਪਾਵਨ ਵਾਲਮੀਕੀ ਤੀਰਥ ਸਥਾਨ ਤੋਂ ਕਾਲ ਵਾਪਸ ਲੈਣੀ ਚਾਹੀਦੀ ਸੀ, ਜਿੱਥੇ ਕਾਲ ਆਪਾਂ ਦਿੱਤੀ ਸੀਗੀ। ਇੱਕ ਹੋਰ ਗੱਲ ਜਾਣਨੀ ਚਾਹਾਂਗੇ, ਕਿਉਂਕਿ ਤੁਸੀਂ ਕੱਲ ਮੀਟਿੰਗ ਕੀਤੀ ਸੀਗੀ, ਉਹਦੇ ਵਿੱਚ ਕਿਹਾ ਗਿਆ ਸੀਗਾ 9 ਤੋਂ 12 ਤੱਕ ਅੰਦਰੂਨੀ ਹਿੱਸਾ ਜਿਹੜਾ ਸ਼ਹਿਰ ਦਾ ਉਹ ਬੰਦ ਕੀਤਾ ਜਾਏਗਾ, ਉਸ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਜਾਏ। ਉਹ ਰੂਟ ਪਲਾਨ ਸੇਮ ਟੂ ਸੇਮ ਹੀ ਹੈਗਾ, ਜੇ ਉਦਾਂ ਹੀ ਚੱਲੋਗੇ? ਬਿਲਕੁਲ, ਦੇਖੋ 9 ਤੋਂ 5 ਦਾ ਸਮੇਂ ਦਿੱਤਾ ਗਿਆ ਸੀਗਾ ਬੰਦ ਦਾ। ਸੋ ਅਸੀਂ ਟ੍ਰੈਫਿਕ ਇਸ ਕਰਕੇ ਨਹੀਂ ਰੋਕੀ, ਆਵਾਜਾਈ ਚੱਲ ਰਹੀ ਹੈ ਕਿਉਂਕਿ ਕੱਲ ਰੱਖੀ ਹੈ ਤਿਉਹਾਰ ਸੀ। ਹਰ ਕਿਸੇ ਦੀ ਧੀ ਭੈਣ ਕਿਤੇ ਉਹਨਾਂ ਕੋ ਦੂਰੋਂ ਨੇੜੋਂ ਲੈ ਕੇ ਚੱਲ ਕੇ ਰੱਖੜੀ ਦੇ ਬੰਨ੍ਹਣ ਆਈਆਂ ਵਾ, ਅੱਜ ਵਾਪਸ ਵੀ ਜਾ ਰਹੀਆਂ। ਸੋ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ, ਪਬਲਿਕ ਨਾਲ ਸਾਡਾ ਕਿਸੇ ਨਾਲ ਵੀ ਕੋਈ ਲੈਣ ਦੇਣ ਨਹੀਂ ਹੈਗਾ। ਸਾਡਾ ਵਿਰੋਧ ਜਿਹੜਾ ਸਰਕਾਰ ਦੇ ਖਿਲਾਫ, ਆਮ ਪਾਰਟੀ ਦੇ ਖਿਲਾਫ ਆ, ਭਗਵੰਤ ਮਾਨ ਜੀ ਦੇ ਖਿਲਾਫ ਆ, ਮੁੱਖ ਮੰਤਰੀ ਪੰਜਾਬ ਦੇ, ਔਰ ਜਿਨ੍ਹਾਂ ਦੀ ਅਗਵਾਈ ਦੇ ਵਿੱਚ 4 ਮਹੀਨੇ ਬਣੀ ਸਰਕਾਰ ਨੂੰ ਹੋਇਆ ਔਰ ਕਈ ਪਾਸੇ ਗੋਲੀਆਂ ਚੱਲ ਪਈਆਂ, ਕਈ ਲੋਕ ਮਰ ਗਏ ਆ ਔਰ ਐਸੀ ਸਮਾਜ ਤੇ ਧੱਕਾ ਦਿਨੋਂ ਬਾਅਦ ਦਿਨ ਵੱਧਦਾ ਜਾ ਰਿਹਾ। ਤਾਂ ਸਾਡੀ ਮੰਗ ਸੀਐਮ ਸਾਹਿਬ ਕੋ ਇਹ ਵੀ ਆ ਔਰ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਵੀ ਇਹ ਆ ਕਿ ਜਿਹੜਾ ਗੂਗਲ ਨੈਟ ਤੇ ਜਿਹੜਾ ਚੜਿਆ ਹੋਇਆ ਵਾਲੀਵਾਰ ਨੂੰ ਟਿੱਪਣੀ ਕੀਤੀ ਗਈ ਆ, ਉੱਥੋਂ ਵੀ ਰਿਮੂਵ ਚਾਹੀਦਾ, ਤਾਂ ਕਿ ਜਿਹੜੇ ਲੋਕ ਆ ਉਹ ਬਾਅਦ ਵਿੱਚ ਇਹ ਗੱਲਾਂ ਕਹਿੰਦੇ ਕਿ ਅਸੀਂ ਨੈਟ ਤੇ ਦੇਖਿਆ। ਸੋ ਅੱਜ ਜਲੰਧਰ ਬੰਦ ਦੀ ਕਾਲ ਜਿਹੜੀ ਗੁਰੂ ਰਵਿਦਾਸ ਟਾਈਗਰ ਫੋਰਸ ਵਾਲਮੀਕੀ ਟਾਈਗਰ ਫੋਰਸ ਵੱਲੋਂ ਦਿੱਤੀ ਗਈ ਔਰ ਕਾਲ ਅਸੀਂ ਕੋਈ ਵਾਪਸ ਨਹੀਂ ਲਈ, ਬੰਦ ਦੀ ਕਾਲ ਦਿੱਤੀ ਸੀ। ਅੱਜ ਉੱਥੇ ਸਾਰਾ ਸਮਾਜ ਖੜਾ ਆ ਔਰ ਸਾਰੇ ਬਾਜ਼ਾਰ ਵਾਲੇ ਨੇ ਆਪਣੇ ਆਪ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਬੰਦ ਕੀਤੇ ਆ। ਇੱਕ ਹੋਰ ਗੱਲ ਜਾਣਨੀ ਚਾਹਾਂਗੇ, ਜਿਹੜੀ 19 ਤਰੀਕ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਹੈਗੀ ਆ, ਉਹਦੇ ਬਾਰੇ ਜਾਣਨਾ ਚਾਹੁੰਦੇ ਵੀ ਜੇ ਉਹ ਮੀਟਿੰਗ ਨਿਕਲਦੀ ਸਹੀ ਹੋ ਜਾਂਦੀ ਹੈ, ਚਿੱਟਾ ਉਹਦਾ ਕੋਈ ਨਾ ਕੋਈ ਨਿਕਲ ਜਾਂਦਾ ਜਾਂ ਬੇਸਿੱਟਾ ਰਹਿੰਦੀ ਆ, ਉਸ ਤੋਂ ਬਾਅਦ ਤੁਹਾਡੀ ਕੀ ਰਣਨੀਤੀ ਰਹੇਗੀ? ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਵਾ, ਜਿਹੜੇ ਮੁੱਦੇ ਸਾਡੇ ਰਿਟਨ ਦੇ ਵਿੱਚ ਉਹਨਾਂ ਨੂੰ ਪਹੁੰਚਾਏ ਗਏ ਆ, ਜੇ 19 ਤਰੀਕ ਨੂੰ ਉਹ ਸਾਡੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਆ, ਸਾਡੀਆਂ ਡਿਮਾਂਡ ਜਿਹੜੀਆਂ ਕੁਝ ਜਿਹੜੇ ਕੱਚੇ ਲੋਕ ਆ ਕਾਰਪੋਰੇਸ਼ਨ ਦੇ ਵਿੱਚ ਲੱਗੇ ਹੋਏ ਉਹ ਪੱਕੇ ਕਰਦੇ ਆ, ਜਾਂ ਐਡਵੋਕੇਟ ਏਜੀ ਜਰਨਲ ਜਿਹੜਾ ਅਨਮੋਲ ਰਤਨ ਆ ਉੱਤੇ ਪਰਚਾ ਦਰਜ ਹੁੰਦਾ, ਉਹਦੀ ਗ੍ਰਿਫਤਾਰੀ ਹੁੰਦੀ ਆ। ਰਵੀ ਸ਼ੰਕਰ ਜਿਸੇ 114 FI ਨੰਬਰ ਨਕੋਦਰ ਦੇ ਵਿੱਚ ਪਰਚਾ ਦਰਜ ਆ, ਵਾਲੀ ਮਾਰੇ ਬਾਰੇ ਗਲਤ ਬੋਲਿਆ, ਉਹ ਪਟਾਰੇ ਥਾਣੇ ਦੇ ਵਿੱਚ FI ਦਰਜ ਵਾ 57 ਨੰਬਰ 47 ਨੰਬਰ। ਸੋ ਜੇ ਉਹਨਾਂ ਉੱਪਰ ਪਰਚੇ ਦਰਜ ਹੋ ਕੇ ਜੇਲ੍ਹਾਂ ਦੇ ਵਿੱਚ ਜਾਂਦੇ ਆ, ਸਾਡੀ ਮੰਗਾਂ ਜੇ ਪੰਜਾਬ ਸਰਕਾਰ ਮੰਨਦੀ ਆ ਤੇ ਫਿਰ ਇਹ ਜਿਹੜੀ ਕਾਲ ਜਿਹੜੀ ਆ ਇਹ ਤਾਂ ਕਲੋਜ਼ ਹੋ ਹੀ ਜਾਣੀ ਆ। ਜੇ ਨਾ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਫਿਰ ਭਾਰਤ ਬੰਦ ਦੀ ਕਾਲ ਜਿਹੜੀ ਆ ਉਹ ਸੇਮ ਪਾਵਨ ਵਾਲਮੀਕੀ ਤੀਰਥ ਸਥਾਨ ਤੋਂ ਬੱਲਾ ਡੇਰੇ ਤੋਂ ਹੋਊਗੀ। ਠੀਕ ਹੈ, ਇਹ ਸਨ ਵਾਲਮੀਕੀ ਟਾਈਗਰ ਫੋਰਸ ਦੇ ਆਗੂ ਜਿਨ੍ਹਾਂ ਨੇ ਦਿੱਤਾ ਔਰ ਆਪਣੀਆਂ ਮੰਗਾਂ ਵੀ ਦੱਸ ਦਿੱਤੀਆਂ, ਕਿਹੜੀਆਂ ਮੰਗਾਂ ਦੇ ਤਹਿਤ ਉਹਨਾਂ ਨੇ ਜਿਹੜਾ ਇਹ ਬੰਦ ਦੀ ਕਾਲ ਦਿੱਤੀ ਗਈ ਹੈ। ਔਰ 19 ਤਰੀਕ ਨੂੰ ਸੀਐਮ ਸਾਹਿਬ ਦੇ ਨਾਲ ਮੀਟਿੰਗ ਤੋਂ ਬਾਅਦ ਫਿਰ ਦੁਬਾਰਾ ਕੀ ਸਿੱਟਾ ਨਿਕਲਦਾ ਹੈਗਾ, ਉਸ ਤੋਂ ਬਾਅਦ ਰਣਨੀਤੀ ਘੜੀ ਜਾਏਗੀ। ਪਰ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦੱਸ ਦਿੰਦੇ ਆ, ਜਿਹੜਾ ਟ੍ਰੈਫਿਕ ਹੈ ਸੁਚਾਰੂ ਰੂਪ ਨਾਲ ਚੱਲ ਰਿਹਾ, ਪਰ ਦੁਕਾਨਾਂ ਮਾਰਕੀਟ ਜਿਹੜੀ ਹੈਗੀ ਤਮਾਮ ਜਲੰਧਰ ਦਾ ਅੰਦਰੂਨੀ ਸ਼ਹਿਰ ਦਾ ਅੰਦਰੂਨੀ ਜਿਹੜਾ ਹਿੱਸਾ ਹੈਗਾ ਉਸ ਨੂੰ ਬੰਦ ਕਰ ਦਿੱਤਾ ਗਿਆ, ਜਾਂ ਦੁਕਾਨਦਾਰਾਂ ਨੇ ਆਪਣੀ ਮਰਜ਼ੀ ਨਾਲ ਇਸ ਬੰਦ ਨੂੰ ਦੇਖਦੇ ਹੋਏ ਦੁਕਾਨਾਂ ਬੰਦ ਕਰ ਦਿੱਤੀਆਂ। ਪਰ ਫਿਲਹਾਲ ਦੀ ਘੜੀ ਜਿਹੜਾ ਹੈਗਾ ਬੰਦ ਦੀ ਕਾਲ ਬਰਕਰਾਰ ਹੈਗੀ ਔਰ ਲਗਾਤਾਰ ਵਾਲਮੀਕੀ ਟਾਈਗਰ ਫੋਰਸ ਇੱਕ ਚੀਜ਼ ਹੋਰ ਜਾਨਣਾ ਚਾਹਾਂਗੇ, ਤਸਵੀਰਾਂ ਅਸੀਂ ਵੇਖ ਰਹੇ ਹਾਂ ਔਰ ਇੱਕ ਜ਼ਿਕਰ ਜ਼ਰੂਰ ਉਹਨਾਂ ਨੇ ਕੀਤਾ ਹੈ, ਤੁਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ, ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਆਵਾਜਾਈ ਨਹੀਂ ਰੋਕ ਰਹੇ ਕਿਉਂਕਿ ਰੱਖੜੀ ਦੇ ਤਿਉਹਾਰ ਤੋਂ ਅਗਲੇ ਦਿਨ ਜਿਹੜਾ ਇਹ ਸਾਡੀ ਬੰਦ ਦੀ ਕਾਲ ਆ ਚੁੱਕੀ ਹੈ। ਤਾਂ ਕੀ ਜਾਣਕਾਰੀ ਹੈ, ਹਾਈਵੇ ਜਿਹੜਾ ਰੋਕਿਆ ਜਾਏਗਾ ਜਾਂ ਫਿਰ ਉੱਥੇ ਵੀ ਢਿੱਲ ਦੇ ਦਿੱਤੀ ਗਈ ਹੈ? ਬਿਲਕੁਲ ਗੁਰਜੋਤ, ਜਿਹੜੀ ਕਿ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ, ਪ੍ਰਧਾਨ ਹੋਣਾ ਨੇ ਆਗੂ ਜਿਹੜੇ ਹੈਗੇ ਵਾਲਮੀਕੀ ਟਾਈਗਰ ਫੋਰਸ ਦੇ, ਉਹਨਾਂ ਨੇ ਸਾਫ਼ ਕਰ ਦਿੱਤਾ ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਇਆ ਜਿਹੜੀ ਟ੍ਰੈਫਿਕ ਹੈਗੀ ਆ, ਜਿਹੜੀ ਰੋਜ਼ ਦੀ ਆਵਾਜਾਈ ਹੈਗੀ ਉਹਨੂੰ ਰੋਕਿਆ ਨਹੀਂ ਗਿਆ, ਕਿਉਂਕਿ ਕਾਫੀ ਦੂਰ ਦਰਾਡਿਓਂ ਭੈਣਾਂ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਣ ਵਾਸਤੇ ਸ਼ਹਿਰ ਦੇ ਵਿੱਚ ਆਈਆਂ ਸੀਗੀਆਂ ਜਾਂ ਸ਼ਹਿਰੋਂ ਬਾਹਰ ਹੋਰ ਜ਼ਿਲ੍ਹਿਆਂ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਗਈਆਂ ਹੋਈਆਂ ਸਨ। ਉਹਨਾਂ ਨੂੰ ਹਜੇ ਤੱਕ ਢਿੱਲ ਦਿੱਤੀ ਹੋਈ ਆ, ਉਹਨਾਂ ਨੂੰ ਟ੍ਰੈਫਿਕ ਨੂੰ ਨਹੀਂ ਰੋਕਿਆ ਗਿਆ ਉਹਨਾਂ ਵੱਲੋਂ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਈਵੇ ਰੋਕਦੇ ਆ ਜਾਂ ਨਹੀਂ ਰੋਕਦੇ, ਪਰ ਇਸ ਵੇਲੇ 9 ਤੋਂ 5 ਤੱਕ ਬੰਦ ਦੀ ਕਾਲ ਜਿਹੜੀ ਉਹਨਾਂ ਵੱਲੋਂ ਬਰਕਰਾਰ ਹੈ। ਜੀ ਗੁਰਜੋਤ ਜੀ, ठीक है, धन्यवाद है तमाम जानकारी के लिए सुरिंदर, शुक्रिया। तो फिलहाल ये तस्वीरें सामने आई ने और खास तौर पर दस दईए कि जो दुकाना ने बंद करा दी गई ने, यानी कि जो बंद का सद्दा सी वो बरकरार है और उस तो बाद हुण अगे दा जिहड़ा एक्शन उन्हां दा कहना है कि जो मीटिंग दे विच होएगा उस तो बाद असीं वेखांगे जे सरकार साडीआं मंगां मनदी है।